ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਬਹੁਤ ਹੀ ਖਾਸ ਪ੍ਰੋਗਰਾਮ ਖਾਲਸ ਖਾਣਾ ਦੇ ਵਿੱਚ। ਖਾਲਸ ਖਾਣਾ ਦੇ ਨਾਲ ਮੈਂ ਹਰਸ਼ਰਨ ਕੌਰ ਤੇ ਮੇਰੇ ਨਾਲ ਸਾਡੇ ਖਾਸ ਤੇ ਪਿਆਰੇ ਮਹਿਮਾਨ ਡਾਕਟਰ ਹਰਸ਼ਿੰਦਰ ਕੌਰ ਜੁੜ ਚੁੱਕੇ ਨੇ। ਬੱਚਿਆਂ ਦੇ ਰੋਗਾਂ ਦੇ ਮਾਹਿਰ ਨੇ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਆਪਣੀਆਂ ਸੇਵਾਵਾਂ ਲਗਾਤਾਰ ਨਿਭਾ ਰਹੇ ਨੇ ਤੇ ਨਾਲ ਹੀ ਨਾਲ ਜੋ ਉਹ ਆਪਣੇ ਟਰਸਟ ਦੀਆਂ ਸੇਵਾਵਾਂ ਜੋ ਪੰਜਾਬ ਦੀਆਂ ਬੱਚੀਆਂ ਹੈਗੀਆਂ ਨੇ, ਬੇਸਹਾਰਾ ਬੱਚੀਆਂ ਜਾਂ ਭਰੂਣ ਹੱਤਿਆ ਨੂੰ ਲੈ ਕੇ ਜੋ ਆਪਣੀਆਂ ਸੋਸ਼ਲ ਐਕਟੀਵਿਟੀਜ਼ ਕਰਦੇ ਨੇ ਉਹ ਨਾਲ ਉਹ ਵੀ ਉਹਨਾਂ ਦੀਆਂ ਚੱਲਦੀਆਂ ਰਹਿੰਦੀਆਂ ਨੇ, ਲੋਕ ਸੇਵਾ ਕਰਦੇ ਰਹਿੰਦੇ ਨੇ। ਸੋ ਅੱਜ ਪਹਿਲਾਂ ਹੀ ਤੁਹਾਡੇ ਤੋਂ ਮਾਫੀ ਮੰਗਦੇ ਹਾਂ ਕਿ ਅੱਜ ਅਸੀਂ ਵੀਡੀਓ ਤੇ ਫੇਰ ਨਹੀਂ ਤੁਹਾਡੇ ਨਾਲ ਜੁੜ ਰਹੇ, ਆਡੀਓ ਹੀ ਆਪਾਂ ਨੂੰ ਸੁਣਨੀ ਪੈਣੀ ਹੈ ਤੇ ਸੋ ਇਹਦੇ ਲਈ ਅਸੀਂ ਪਹਿਲਾਂ ਹੀ ਮਾਫੀ ਮੰਗਦੇ ਹਾਂ। ਸੋ ਡਾਕਟਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਡਾਕਟਰ ਸਾਹਿਬ ਬਹੁਤ ਸਵਾਗਤ ਹੈ ਖਾਲਸ ਖਾਣਾ ਦੇ ਵਿੱਚ। ਬਹੁਤ ਧੰਨਵਾਦ। ਤੇ ਜਿੰਨਾ ਪਿਆਰ ਸਤਿਕਾਰ ਤੇ ਨਿੱਘ ਸਰੋਤਿਆਂ ਕੋਲੋਂ ਮਿਲ ਰਿਹਾ ਹੈ ਵਾਕਈ ਉਹਦੇ ਲਈ ਬਹੁਤ ਦਿਲੋਂ ਧੰਨਵਾਦ। ਜਿਸ ਤਰੀਕੇ ਲੋਕ ਤੁਹਾਨੂੰ ਪਿਆਰਦੇ ਨੇ ਤੇ ਮੈਂ ਬਦੋ ਬਦੀ ਉਹਦਾ ਹਿੱਸਾ ਥੋੜਾ ਜਿਹਾ ਬਣ ਜਾਂਦੀ ਹਾਂ, ਸੋ ਉਹਦੇ ਲਈ ਤੁਹਾਡਾ ਵੀ ਦਿਲੋਂ ਧੰਨਵਾਦ। ਨਹੀਂ ਡਾਕਟਰ ਸਾਹਿਬ ਤੁਹਾਨੂੰ ਸਾਡੇ ਨਾਲ ਵੱਧ ਪਿਆਰ ਕਰਦੇ, ਸਾਨੂੰ ਪਤਾ ਨਾ ਸਾਡੇ ਕੋਲ ਫੋਨ ਆਉਂਦੇ ਨੇ। ਤੇ ਸ਼ੁਕਰ ਹੈ ਜੀ ਜ਼ਿੰਦਗੀ ਦੇ ਵਿੱਚ ਕਿਸੇ ਦਾ ਕੁਝ ਕਰ ਸਕੀਏ, ਕੁਝ ਵਧੀਆ ਕਿਸੇ ਲਈ ਹੋ ਸਕੇ, ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ। ਬਿਲਕੁਲ ਡਾਕਟਰ ਸਾਹਿਬ। ਸੋ ਆਪਾਂ ਅੱਜ ਜਿਹੜਾ ਪ੍ਰੋਗਰਾਮ ਕਰਨਾ ਹੈਗਾ ਬੜਾ ਹੀ ਮੈਂ ਕਹਿੰਦੀ ਹਾਂ ਕਿ ਬਹੁਤ ਹੀ ਜ਼ਰੂਰੀ ਹੈ। ਹਾਲਾਂਕਿ ਜਦੋਂ ਵੀ ਆਪਾਂ ਜਿਹੜੇ ਵੀ ਟੌਪਿਕ ਤੇ ਗੱਲ ਕਰਦੇ ਹੁੰਦੇ ਹਾਂ ਉਹ ਆਪਣੀ ਸਿਹਤ ਨਾਲ ਜੁੜੀ ਹੁੰਦੀ ਹੈ, ਆਪਣੇ ਖਾਣੇ ਪੀਣੇ ਦੇ ਨਾਲ ਜੁੜੀ ਹੁੰਦੀ ਹੈ, ਹਰ ਕਿਸੇ ਦੇ ਲਈ ਜ਼ਰੂਰੀ ਹੁੰਦੀ ਹੈ। ਸੋ ਅੱਜ ਆਪਾਂ ਜਿਸ ਮੁੱਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਸਾਡੀ ਯਾਦਦਾਸ਼ਤ ਦੇ ਨਾਲ ਜੁੜਿਆ ਹੋਇਆ, ਕਿਉਂਕਿ ਆਮ ਤੌਰ ਤੇ ਆਪਾਂ ਸੁਣਦੇ ਹਾਂ ਕਿ ਜਿਵੇਂ ਇਨਸਾਨ ਬਜ਼ੁਰਗ ਹੁੰਦਾ ਜਾਂਦਾ ਹੈ, ਬੁੱਢਾ ਹੁੰਦਾ ਜਾਂਦਾ ਹੈ, ਉਹਦੀ ਜਿਹੜੀ ਯਾਦ ਰੱਖਣ ਦੀ ਸ਼ਕਤੀ ਹੈ ਉਹ ਭੁੱਲਦੀ ਜਾਂਦੀ ਹੈ, ਉਹ ਮਤਲਬ ਘਟਦੀ ਜਾਂਦੀ ਹੈ, ਉਹ ਕਮਜ਼ੋਰ ਹੁੰਦੀ ਜਾਂਦੀ ਹੈ। ਸੋ ਡਾਕਟਰ ਸਾਹਿਬ ਤੋਂ ਅੱਜ ਆਪਾਂ ਜਾਣਾਂਗੇ ਕਿ ਵੱਡੇ ਹੋ ਕੇ ਵੀ, ਵੱਡੀ ਉਮਰ 'ਚ ਹੋ ਕੇ ਵੀ ਆਪਾਂ ਆਪਣੀ ਜਿਹੜੀ ਭੁੱਲਣ ਦੀ ਬਿਮਾਰੀ ਹੈ, ਆਪਣੀ ਜਿਹੜੀ ਯਾਦ ਸ਼ਕਤੀ ਦੀ ਬਿਮਾਰੀ ਹੈ ਉਹ ਨਾ ਹੋਵੇ ਆਪਾਂ ਨੂੰ, ਉਹਦੇ ਲਈ ਆਪਾਂ ਜਵਾਨੀ ਦੇ ਵਿੱਚ ਕੀ ਕਰਨਾ। ਯਾਨੀ ਕਿ ਜਿਹੜੇ ਬਜ਼ੁਰਗ ਨੇ ਉਹ ਵੀ ਜ਼ਰੂਰ ਸੁਣ ਲੈਣ ਕਿਉਂਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ, ਪੋਤੇ ਪੋਤੀਆਂ ਨੂੰ ਦੱਸਣਾ ਹੈਗਾ। ਪਰ ਜਿਹੜੇ ਜਵਾਨ ਹੈਗੇ ਨੇ ਉਹਨਾਂ ਲਈ ਸੁਣਨਾ ਬੜਾ ਜ਼ਰੂਰੀ ਹੈ ਕਿ ਤੁਸੀਂ ਆਪਦੀ ਇਸ ਉਮਰ ਦੇ ਵਿੱਚ ਇਹੋ ਜਿਹੀ ਕਿਹੜੀ ਖੁਰਾਕ ਖਾਣੀ ਹੈ ਜਿਹਦੇ ਨਾਲ ਤੁਹਾਨੂੰ ਬੁਢਾਪੇ 'ਚ ਜਾ ਕੇ ਸਮੱਸਿਆ ਨਾ ਆਵੇ। ਬਿਲਕੁਲ ਠੀਕ ਹੈ ਨਾ ਡਾਕਟਰ ਸਾਹਿਬ, ਆਪਾਂ ਇਸੇ ਟੌਪਿਕ ਦੀ ਗੱਲ ਕਰਨੀ ਹੈ। ਬਿਲਕੁਲ ਮੈਂ ਵਾਕਈ ਕਿ ਹੁਣ ਇੰਨੀਆਂ ਕੁ ਖੋਜਾਂ ਐਡਵਾਂਸ ਹੋ ਚੁੱਕੀਆਂ ਨੇ ਕਿ ਜਿਹੜੀ ਭੁੱਲ ਜਾਣ ਵਾਲੀ ਗੱਲ ਤੋਂ ਆਪਾਂ ਸਾਰੇ ਤ੍ਰਹਿੰਦੇ ਹਾਂ, ਕਿਉਂਕਿ ਅੱਗੇ ਦੇਖਿਆ ਜਾਂਦਾ ਸੀ ਕਿ 85 ਸਾਲਾਂ ਦੀ ਉਮਰ ਤੋਂ ਵੱਧ ਦੇ ਲਗਭਗ 1/3 ਲੋਕਾਂ ਨੂੰ ਇਹ ਉਹਨਾਂ ਦੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ। ਸੋ ਉਹ ਹੁਣ ਤੱਕ ਇੰਨਾ ਹੀ ਸੋਚ ਕੇ ਅਸੀਂ ਆਰਾਮ ਨਾਲ ਟਿਕੇ ਹੋਏ ਸੀ ਕਿ 70-72 ਹੋਵਾਂਗੇ, ਦੇਖਾਂਗੇ, ਹਾਲੇ ਸਾਨੂੰ ਫਿਕਰ ਕਰਨ ਦੀ ਕੀ ਲੋੜ ਹੈ। ਪਰ ਹੁਣ ਜਦੋਂ ਖੋਜਾਂ ਸਾਹਮਣੇ ਆ ਜਾਣ ਕੁਝ, ਉਹ ਵਾਕਈ ਸਾਨੂੰ ਇੱਕ ਪਾਸੇ ਫਾਇਦਾ ਤਾਂ ਦੇ ਹੀ ਦਿੰਦੀਆਂ ਕਿ ਵੇਲੇ ਸਿਰ ਅਸੀਂ ਕਿਵੇਂ ਇਸ ਚੀਜ਼ ਤੋਂ ਬਚਾਅ ਕਰ ਸਕਦੇ ਹਾਂ, ਜੋ ਕਿ ਕਈ ਵਾਰ ਤੁਸੀਂ ਹੈਰਾਨ ਹੋਗੇ 30 ਸਾਲ ਦੀ ਉਮਰ ਤੋਂ ਹੀ ਸਾਡੀ ਖਾਣ ਪੀਣ, ਰਹਿਣ ਸਹਿਣ, ਸਾਰਾ ਲਾਈਫ ਸਟਾਈਲ ਕਿਵੇਂ ਉਹ ਚੇਂਜਿਸ ਸਾਨੂੰ ਅਗਲੀ ਆਉਣ ਵਾਲੀ ਉਮਰ ਵਿੱਚ ਅਨੇਕ ਬਿਮਾਰੀਆਂ ਤੋਂ ਸਮੇਤ ਇਸ ਯਾਦਦਾਸ਼ਤ ਦੀ ਕਮਜ਼ੋਰੀ ਤੋਂ ਬਚਾ ਸਕਦੇ ਨੇ ਜੀ। ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਆਪਾਂ ਕਿਹੜੀ ਗੱਲ ਕਰਨੀ ਹੈਗੀ ਹੈ ਇਸ ਇਸ਼ੂ ਨਾਲ ਜੁੜੀ ਹੋਈ? ਪਹਿਲਾਂ ਮੇਰਾ ਖਿਆਲ ਹੈ ਜੇ ਆਪਾਂ ਕਾਰਨ ਲੱਭ ਲਈਏ ਉਹਦੇ ਜੋ ਸਾਨੂੰ ਖੋਜਾਂ ਦੇ ਉੱਤੇ ਆਧਾਰਿਤ ਨੇ ਤਾਂ ਫਿਰ ਤਾਂ ਕੋਈ ਬਹੁਤੀ ਗੱਲ ਰਹਿ ਹੀ ਨਹੀਂ ਜਾਂਦੀ। ਆਪ ਹੀ ਸਾਰੇ ਸਮਝ ਸਕਦੇ ਨੇ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰੀਏ ਤੇ ਕਿਹੜੀਆਂ ਚੀਜ਼ਾਂ ਖਾਈਏ ਜਾਂ ਕਿਸ ਤਰੀਕੇ ਆਪਾਂ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਕਿ ਸਾਡੀ ਯਾਦ ਜਿਹੜੀ ਹੈ ਸ਼ਕਤੀ ਉਹ 100 ਸਾਲ ਤੋਂ ਬਾਅਦ ਵੀ ਜੇ ਜਿਉਂਦੇ ਆ ਤਾਂ ਸਾਡੀ ਐਨ ਤਗੜੀ ਹੋਵੇ। ਸੋ ਉਹ ਮੈਂ ਇਸ ਕਰਕੇ ਇਹਦੇ ਲਈ ਵਿਸ਼ਾ ਵੀ ਚੁਣਿਆ ਕਿ ਮੈਨੂੰ ਆਪ ਹੁਣ ਲੱਗਦਾ ਹੈ ਕਿ ਨਾਮ ਨੂਮ ਕਈ ਵਾਰ ਭੁੱਲ ਜਾਂਦੇ ਨੇ ਤੇ ਉਹ ਕਈ ਵਾਰ ਨਹੀਂ ਕਿਸੇ ਚੀਜ਼ ਦਾ ਖਿਆਲ ਆਉਂਦਾ, ਵਕਤ ਲਾਉਣਾ ਪੈਂਦਾ ਦਿਮਾਗ ਸੋਚਣ ਨੂੰ। ਤੇ ਹੁਣ ਜਦੋਂ ਮੇਰੇ ਲਈ ਤਾਂ ਹੋਰ ਬੜੀ ਸਮੱਸਿਆ ਹੈ। ਤੁਸੀਂ ਤਾਂ ਚਲੋ ਮੇਰੇ ਨਾਲ ਥੋੜੇ ਜਿਹੇ ਵੱਡੇ ਹੈਗੇ ਹੋ ਤੇ ਮੈਂ ਤਾਂ ਹੁਣੇ ਹੀ ਭੁੱਲ ਜਾਂਦੀ ਹਾਂ। ਤਾਂ ਹੀ ਜਦੋਂ ਤੁਸੀਂ ਇਹ ਟੌਪਿਕ ਦੀ ਗੱਲ ਕੀਤੀ ਨਾ ਤਾਂ ਮੈਂ ਕਿਹਾ ਚਲੋ ਆਪਾਂ ਇਸੇ ਤੇ ਹੀ ਕਰਦੇ ਹਾਂ ਗੱਲ, ਸਾਡਾ ਵੀ ਫਾਇਦਾ ਹੋ ਜਾਊਗਾ। ਅਸੀਂ ਗੱਲ ਕਰੀਏ ਜਵਾਨੀ 'ਚ ਕੀ ਸਾਵਧਾਨੀਆਂ ਰੱਖੀਆਂ ਜਾਣ ਨਾ, ਉਹਦੇ ਤੇ ਹੀ ਅੱਜ ਆਪਾਂ ਗੱਲ ਕਰਾਂਗੇ। ਨਾਲੇ ਥੋੜਾ ਬਹੁਤ ਉਹਨਾਂ ਦੀ ਵੀ ਕਰਾਂਗੇ ਜਿਹੜੇ ਭੁੱਲ ਜਾਣ, ਜਿਹੜੇ ਸ਼ੁਰੂ ਹੋ ਚੁੱਕੇ ਨੇ ਤੇ ਉਹਨਾਂ ਲਈ ਵੀ ਕੀ ਇਹਤਿਆਤ ਵਰਤਣ। ਸੋ
ਪਹਿਲਾਂ ਕਾਰਨਾਂ ਦੇ ਵਿੱਚ ਮੈਂ ਦੱਸਦੇ ਹਾਂ ਕਿ ਇੱਕ ਤਾਂ ਵੱਡਾ ਕਾਰਨ ਜੋ ਜੀਨ ਦੇ ਉੱਤੇ ਆਧਾਰਿਤ ਹੈ, ਜਿਸ 'ਚ ਤੁਸੀਂ ਮੈਂ ਕੁਝ ਕਰ ਹੀ ਨਹੀਂ ਸਕਦੇ। ਤੇ ਉਹ ਜੇ ਤੁਹਾਡੇ ਜੈਨੇਟਿਕ ਹੀ ਹੈ ਕਿ ਹਰ ਪੁਸ਼ਤ ਦਰ ਪੁਸ਼ਤ ਉਸ ਉਮਰ ਵਿੱਚ ਤੁਹਾਡਾ ਭੁੱਲ ਜਾਣਾ ਜੇ ਇਹੋ ਜਿਹੀ ਚੀਜ਼ ਹੈ, ਉਹ ਤਾਂ ਅਸੀਂ ਬਹੁਤੀ ਛੇੜਖਾਨੀ ਨਹੀਂ ਕਰ ਸਕਦੇ। ਪਰ ਬਾਕੀ ਦੇਖੀਏ ਜਿਨ੍ਹਾਂ ਵਿੱਚ ਜਿਹੜੀਆਂ ਖਾਣ ਪੀਣ ਦੀਆਂ ਇੱਕ ਤਾਂ ਚੀਜ਼ਾਂ ਦਾ ਖਿਆਲ ਕਰਾਂਗੇ, ਫਿਰ ਜਿਉਣ ਦਾ ਢੰਗ ਕਿਸ ਤਰੀਕੇ ਜਿਸ 'ਚ ਤਬਦੀਲੀ ਦੀ ਲੋੜ ਹੈ, ਤੁਸੀਂ ਕਾਫੀ ਕੰਮਾਂ 'ਚ ਬਿਜ਼ੀ ਹੋ ਤਾਂ ਕਿਹੜੀ ਕਿਹੜੀ ਚੀਜ਼ ਨਾਲ ਕੀਤੀ ਜਾਏ, ਕਿਵੇਂ ਕਸਰਤ ਦਾ ਉਹਦੇ 'ਚ ਰੋਲ ਲੱਭਿਆ ਹੋਇਆ ਜੀ ਡਾਕਟਰ, ਤੇ ਕਿਵੇਂ ਦਿਲ ਦੇ ਰੋਗ ਖਾਸ ਤੌਰ ਤੇ ਜਿਨ੍ਹਾਂ ਨੂੰ ਹੋ ਜਾਣ 40 ਕੁ ਸਾਲ ਦੀ ਉਮਰ ਤੇ ਹੀ, ਉਹਨਾਂ ਦੇ ਜਿਹੜੇ ਹੁੰਦੇ ਨੇ ਲਹੂ ਦੀਆਂ ਨਾੜੀਆਂ 'ਚ ਜੋ ਅਸੀਂ ਝੱਪੇ ਜੰਮ ਜਾਂਦੇ ਨੇ ਜੀ, ਉਹ ਜਿੱਥੇ ਅੱਗੋਂ ਹਾਰਟ ਅਟੈਕ ਕਰ ਸਕਦੇ ਹੁੰਦੇ ਨੇ, ਉੱਥੇ ਹੀ ਦਿਮਾਗ ਦੀਆਂ ਨਸਾਂ 'ਚ ਵੀ ਰੋਕਾ ਉਸੇ ਤਰ੍ਹਾਂ ਉਹਨਾਂ ਨੂੰ ਭੀੜੀਆਂ ਕਰ ਦਿੰਦੇ ਨੇ, ਜਿਸ ਸਦਕਾ ਦਿਮਾਗ ਦੇ ਕਈ ਹਿੱਸਿਆਂ ਵਿੱਚ ਆਕਸੀਜਨ ਤੇ ਲਹੂ ਜਾਣਾ ਘੱਟ ਜਾਂਦਾ ਤੇ ਉਸੇ ਕਾਰਨ ਇਹਨਾਂ ਨੂੰ ਫਿਰ ਭੁੱਲ ਜਾਣ ਦੀ ਬਿਮਾਰੀ ਥੋੜੀ ਛੋਟੀ ਉਮਰ ਵਿੱਚ ਹੀ ਹੋ ਸਕਦੀ ਹੈ। ਜੀ ਡਾਕਟਰ, ਸਾਡੇ ਕੋਲ ਹੁਣ ਕੇਸਿਸ ਆਏ ਨੇ ਜਿਨ੍ਹਾਂ ਵਿੱਚ ਮੈਂ ਇੱਕ ਦਾ ਜ਼ਿਕਰ ਕਰਾਂਗੀ ਕਿਉਂਕਿ ਉਹਦੀ ਉਮਰ ਸਾਰੀ 38 ਕੁ ਸਾਲ ਸੀ ਤੇ ਉਹਨਾਂ ਨੇ ਉਹਨੂੰ ਬਲੱਡ ਪ੍ਰੈਸ਼ਰ ਸੀ ਅਨਕੰਟਰੋਲਡ, ਧਿਆਨ ਹੀ ਨਹੀਂ ਕੀਤਾ ਕਿ ਕੁਛ ਵੀ ਨਹੀਂ ਜੀ, ਮਾੜਾ ਮੋਟਾ ਹੀ ਸਿਰ ਹੁੰਦਾ, ਮੈਂ ਗੋਲੀ ਕੈਮਿਸਟ ਤੋਂ ਲੈ ਕੇ ਖਾਈ ਜਾਨਾ। ਅਸੀਂ ਹੁਣ ਉਹਨੂੰ ਦੇਖਿਆ ਕੇਸ ਜਿੱਥੇ ਮੈਨੂੰ ਜਾਣ ਦੀ ਲੋੜ ਪਈ ਸੀ, ਫੋਰਟਿਸ 'ਚ ਮੇਰੇ ਆਪਣੇ ਕੋਈ ਰਿਸ਼ਤੇਦਾਰ ਸਨ ਦਾਖਲ, ਤੇ ਉੱਥੇ ਜਦੋਂ ਗਏ ਮੈਨੂੰ ਉੱਥੇ ਹੀ ਇਹ ਕੇਸ ਦੇਖਣ ਨੂੰ ਮਿਲਿਆ ਜਿੱਥੇ ਮੈਨੂੰ ਲੋੜ ਪਈ ਇਹਦੀ ਜ਼ਿਕਰ ਕਰਨ ਦੀ, ਕਿਉਂਕਿ ਮੇਰੇ ਲਈ ਵੀ ਬੜਾ ਦੁਖਦਾਈ ਸੀ ਉਹਨੂੰ ਦੇਖਣਾ ਕਿ ਇਸ ਉਮਰ ਵਿੱਚ ਜਿਵੇਂ ਉਹਦਾ ਪਾਸਾ ਰੁਕ ਗਿਆ ਸੀ ਤੇ ਕਾਰਨ ਇਹ ਸੀ ਕਿ ਉਹ ਬਲੱਡ ਪ੍ਰੈਸ਼ਰ ਇਰਰੈਗੂਲਰ ਟਰੀਟਮੈਂਟ ਸਦਕਾ ਤੇ ਉਹਦੇ ਦਿਮਾਗ ਦੀ ਨਸ ਫਟ ਗਈ ਸੀ ਤੇ ਉਹ ਕਿਸ ਤਰੀਕੇ ਹੁਣ ਸਾਰੀ ਉਮਰ ਲਈ ਨਕਾਰਾ ਹੋਇਆ ਬੰਦਾ 38 ਸਾਲ ਦਾ ਤੇ ਮੰਜੇ ਜੋਗਾ ਹੀ ਰਹਿ ਗਿਆ। ਸੋ ਕਾਰਨ ਬੜਾ ਗੰਭੀਰ ਸੀ। ਮੈਨੂੰ ਜਾਪਿਆ ਕਿ ਇਸ ਤਰ੍ਹਾਂ ਦੇ ਨੌਜਵਾਨ ਬੱਚੇ ਜੇ ਸਾਡੇ ਸਿਰਫ ਇਸ ਕਾਰਨ ਕਿ ਅਸੀਂ ਡਾਕਟਰ ਕੋਲ ਨਹੀਂ ਜਾਣਾ, ਐਵੇਂ ਹੀ ਇੱਧਰੋਂ ਉੱਧਰੋਂ ਕੈਮਿਸਟ ਤੋਂ ਲੈ ਕੇ ਦਵਾਈਆਂ ਖਾ ਲੈਣੀਆਂ ਕਿ ਕੀ ਹੈ, ਚਲੋ ਗੋਲੀ ਖਾਈ ਤੇ ਬਲੱਡ ਪ੍ਰੈਸ਼ਰ ਕਾਬੂ ਹੋ ਗਿਆ। ਪਰ ਇਹ ਕੇਸਾਂ ਵਿੱਚ ਵਾਧਾ ਜੇ ਤੁਸੀਂ ਉਹਨੂੰ ਇਹ ਨਹੀਂ ਵੀ ਵਾਪਰਦਾ, ਇਹੋ ਜਿਹੀ ਘਟਨਾ ਨਹੀਂ ਵਾਪਰਦੀ ਕਿ ਪਾਸਾ ਮਰਿਆ ਜਾਂ ਨਿਗਾਹ ਚਲੀ ਜਾਣੀ ਜਾਂ ਹੋਰ ਚੀਜ਼ਾਂ ਤੋਂ ਨਹੀਂ ਵੀ ਹੋਇਆ, ਤਾਂ ਯਾਦਦਾਸ਼ਤ ਤੇ ਤਾਂ ਘੱਟੋ ਘੱਟ ਸਦੀਵੀ ਅਸਰ ਪੈਣਾ ਉਹ ਤੇ ਜ਼ਰੂਰ। ਇਸ ਕਰਕੇ ਬਹੁਤ ਇੰਪੋਰਟੈਂਟ ਹੈ ਕਿ ਜੇ ਤੁਹਾਨੂੰ ਬਲੱਡ ਪ੍ਰੈਸ਼ਰ ਹੈ ਜਾਂ ਡਾਇਬਟੀਜ਼ ਹੈ ਤਾਂ ਇਹਨਾਂ ਰੋਗਾਂ ਦਾ ਇਲਾਜ ਸਹੀ ਤੇ ਸਪੈਸ਼ਲਿਸਟ ਡਾਕਟਰ ਕੋਲੋਂ ਕਰਵਾਉਣਾ ਜ਼ਰੂਰੀ ਹੁੰਦਾ ਹੈ ਤਾਂ ਕਿ ਅਸੀਂ ਕਾਬੂ ਵਿੱਚ ਰੱਖ ਸਕੀਏ ਇਹ ਦੋਨੋਂ ਚੀਜ਼ਾਂ ਨੂੰ। ਜੀ ਡਾਕਟਰ, ਹੁਣ ਜੇ ਆਪਾਂ ਗੱਲ ਕਰੀਏ ਸ਼ੱਕਰ ਰੋਗੀਆਂ ਦੀ, ਕਿਉਂ ਮੈਂ ਉਹਦਾ ਜ਼ਿਕਰ ਖਾਸ ਤੌਰ ਤੇ ਕੀਤਾ, ਕਿਉਂਕਿ ਉਹਨਾਂ 'ਚ ਨਸਾਂ ਵਿੱਚ ਰੋਕਾ ਪੈਣ ਦਾ, ਕਿਉਂਕਿ ਉਹਨਾਂ ਦੀ ਡੈਮੇਜ ਛੇਤੀ ਹੋ ਜਾਂਦੀ ਹੈ ਡਾਇਬਟੀਜ਼ ਕਰਕੇ ਹੀ, ਤੇ ਉਹਨਾਂ ਦੇ ਲਹੂ ਦਾ ਜਿਹੜਾ ਵਹਾਓ ਹੁੰਦਾ ਉਹ ਸੁਸਤ ਵੀ ਹੋ ਜਾਂਦਾ। ਸੋ ਇਹ ਰੋਕਾ ਪੈਣ ਦੇ ਉਹਨਾਂ ਦੇ ਅਸਾਰ ਵੱਧ ਹੁੰਦੇ ਨੇ। ਇਸੇ ਕਾਰਨ ਡਾਇਬਟੀਜ਼ ਦੇ ਮਰੀਜ਼ਾਂ ਨੂੰ ਵਡੇਰੀ ਉਮਰ ਵਿੱਚ ਭੁੱਲ ਜਾਣ ਦੀ ਬਿਮਾਰੀ ਜ਼ਿਆਦਾ ਹੁੰਦੀ ਜੇ। ਜੀ ਡਾਕਟਰ, ਬਿਲਕੁਲ ਇੰਝ ਹੀ ਕੋਲੈਸਟਰੋਲ ਦਾ ਵਾਧਾ ਵੀ ਜੇ ਲੰਮੇ ਸਮੇਂ ਤੋਂ ਚੱਲਦਾ ਰਵੇ ਤਾਂ ਉਹ ਵੀ ਇੱਕ ਡੂੰਘਾ ਸੰਬੰਧ ਲੱਭ ਚੁੱਕਾ ਹੈ ਕਿ ਉਹਦੇ ਨਾਲ ਯਾਦਦਾਸ਼ਤ ਦੀ ਕਮਜ਼ੋਰੀ ਛੋਟੀ ਉਮਰੇ ਹੀ ਹੋਣੀ ਸ਼ੁਰੂ ਹੋ ਸਕਦੀ ਹੈ। ਸੋ ਇਹਦਾ ਮਤਲਬ ਹੈ ਕਿ ਪਹਿਲੀ ਚੀਜ਼ ਬਲੱਡ ਪ੍ਰੈਸ਼ਰ ਕਾਬੂ ਰੱਖੀਏ, ਜੇ ਸ਼ੂਗਰ ਦੀ ਬਿਮਾਰੀ ਹੈ ਉਹ ਠੀਕ ਰੱਖੀਏ, ਤੇ ਤੀਜਾ ਕੋਲੈਸਟਰੋਲ ਜੇ ਹੈ ਤਾਂ ਆਪਾਂ ਉਹਦਾ ਜ਼ਰੂਰੀ ਹੈ ਵੇਲੇ ਸਿਰ ਉਹਨੂੰ ਕੰਟਰੋਲ 'ਚ ਕਰ ਸਕੀਏ। ਹੁਣ ਇੱਕ ਹੋਰ ਇੰਟਰਸਟਿੰਗ ਜੋ ਖੋਜ ਲੱਭੀ ਜਿਸ ਦੇ ਵਿੱਚ ਯੰਗ ਬੰਦਿਆਂ ਵਿੱਚ ਯਾਦਦਾਸ਼ਤ, ਜਿਵੇਂ ਦੀ ਹੁਣ ਮਿਸਾਲ ਵਜੋਂ ਤੁਸੀਂ ਗੱਲ ਕੀਤੀ ਕਿ ਤੁਹਾਡੀ ਉਮਰ ਵਿੱਚ ਜਾਂ ਕਈ ਵਾਰ 28-29 ਸਾਲ ਦੀ ਏਜ ਵਿੱਚ ਜੋ ਚੀਜ਼ਾਂ ਜਿਵੇਂ ਮੈਂ ਦੱਸਿਆ ਇੱਕਦਮ ਨਾਮ ਨਾ ਯਾਦ ਆਉਣਾ ਜਾਂ ਚੀਜ਼ ਸਾਹਮਣੇ ਪਈ ਉਹਦਾ ਜਿਵੇਂ ਸਟੈਪਲਰ ਫੋਰ ਐਗਜ਼ਾਮਪਲ, ਇਹਨੂੰ ਉਹ ਕੀ ਸੀ ਇਹਦਾ ਨਾਂ, ਉਹ ਦੇਣਾ, ਉਹ ਕਾਗਜ਼ ਨੇ ਬੰਦ ਕਰਨ ਵਾਲਾ, ਯਾਨੀ ਏਦਾਂ ਦੀ ਜਦੋਂ ਆਪਾਂ ਚੀਜ਼ ਬੋਲਣ ਲੱਗ ਜਾਂਦੇ ਹਾਂ ਉਹਦਾ ਮਤਲਬ ਸਮਝੋ ਕਿ
ਪਹਿਲਾ ਇੰਪੋਰਟੈਂਟ ਚੀਜ਼ ਹੁੰਦਾ ਓਵਰਵਰਕ ਜੀ। ਹੁਣ ਦਿਮਾਗ ਦੇ ਅੰਦਰ ਫਾਈਲਾਂ ਬਣੀਆਂ ਹੁੰਦੀਆਂ ਜੇ, ਜਿਵੇਂ ਕੰਪਿਊਟਰ ਫਾਈਲਸ ਹੁੰਦੀਆਂ ਨੇ, ਐਗਜ਼ੈਕਟਲੀ ਉਸੇ ਤਰ੍ਹਾਂ ਪਰਤਾਂ ਨੇ, ਹਾਂਜੀ, ਜਿਹਦੇ ਵਿੱਚ ਉਹ ਸਿਸਟਮੈਟਿਕ ਢੰਗ ਨਾਲ ਦਿਮਾਗ ਰੱਖਦਾ, ਲਾਈਨ ਵਿੱਚ ਲਾ ਕੇ ਚੀਜ਼ਾਂ ਦੀ। ਸਵੇਰੇ ਜੀ ਉੱਠਣਾ, ਬਰਸ਼ ਕਰਨਾ, ਫੋਨ ਦੇਖਣਾ, ਫਿਰ ਅਗਲੀ ਚੀਜ਼ ਨਹਾਉਣਾ, ਇਸ ਵੇਲੇ ਜਾਣਾ, ਫਿਰ ਇੱਧਰ ਖਾਣੇ 'ਚ ਇਹ ਮੈਂ ਖਾਣਾ। ਉਹ ਦਿਮਾਗ ਦੇ ਵਿੱਚ ਇਹ ਆਟੋਮੈਟਿਕ ਕੰਮ ਨੇ ਫਿੱਟ ਹੋਏ ਹੋਏ, ਇਹਨਾਂ ਨੂੰ ਕਹਿਣ ਦੀ ਜਾਂ ਯਾਦ ਕਰਨ ਦੀ ਲੋੜ ਨਹੀਂ ਹੁੰਦੀ। ਜੀ ਜੀ। ਪਰ ਉਹਦੇ ਵਿੱਚ ਜਦੋਂ ਤੁਸੀਂ ਐਡੀਸ਼ਨਲ ਵਰਕ ਪਾ ਲੈਂਦੇ ਹੋ, ਮਿਸਾਲ ਵਜੋਂ ਮੈਂ ਤੁਹਾਡੀ ਐਗਜ਼ਾਮਪਲ ਲੈ ਕੇ, ਥੋੜਾ ਸੌਖਾ ਹੋ ਜਾਏਗਾ ਕਿਸੇ ਨੂੰ ਜੇ ਸਮਝਾਉਣਾ ਹੋਏ ਕਿ ਭਈ ਹੁਣੇ ਹੀ ਆਇਆ ਮੈਸੇਜ, ਆ ਇੱਕ ਹੋਰ ਹਾਦਸਾ ਵਾਪਰ ਗਿਆ, ਇੱਕਦਮ ਉੱਥੇ ਜਾਣਾ, ਭਈ ਇਸ ਚੀਜ਼ ਲਈ ਮੈਨੂੰ ਹੁਣ ਦਿੱਲੀ ਜਾਣਾ ਪੈਣਾ, ਆ ਹੁਣ ਸ਼ਾਮ ਨੂੰ ਇੱਕ ਹੋਰ ਪ੍ਰੈਸ ਕਾਨਫਰੰਸ ਹੈ ਤੇ ਇੱਕ ਧਮਾਕਾ ਪੈ ਰਿਹਾ ਜੀ, ਮੈਂ ਸ਼ਾਮ ਨੂੰ ਫਿਰ ਚੰਡੀਗੜ੍ਹ ਪਹੁੰਚਣਾ। ਸੋ ਫੋਰ ਐਗਜ਼ਾਮਪਲ ਇੱਦਾਂ ਦੇ ਜਦੋਂ ਦਿਮਾਗ ਨੂੰ ਐਡੀਸ਼ਨਲ ਵਰਕ ਮਿਲ ਜਾਂਦਾ ਜੀ, ਤਾਂ ਉਹਦੀਆਂ ਜੋ ਰੂਟੀਨ ਵਰਕ ਤਾਂ ਉਸੇ ਤਰ੍ਹਾਂ ਰਹਿ ਗਿਆ ਜਿਹੜਾ ਪੱਕਾ ਉਹਨੂੰ ਯਾਦ ਹੈ ਜੀ, ਪਰ ਐਡੀਸ਼ਨਲ ਵਰਕ ਦੇ ਵਾਸਤੇ ਇਸ ਦਿਮਾਗ ਨੂੰ ਕਈ ਇਹੋ ਜਿਹੀਆਂ ਚੀਜ਼ਾਂ ਛੰਡਣੀਆਂ ਪੈ ਜਾਂਦੀਆਂ ਵੀ ਭਈ ਇਹ ਜਿਹੜੀਆਂ ਨੋਨ ਇੰਪੋਰਟੈਂਟ ਫਾਈਲਸ ਹੈ ਕੱਢ ਦਾਂ, ਸਟੈਪਲਰ ਯਾਦ ਰੱਖਣ ਦੀ ਅਜੇ ਲੋੜ ਨਹੀਂ ਹੈ, ਇਹਨੂੰ ਕੱਢ ਦਿਓ ਅਜੇ, ਮੈਂ ਜਾਂ ਇਹ ਕਸ਼ਮੀਰ ਸਿੰਘ ਦਾ ਨਾਮ ਅਜੇ ਮੈਂ ਨਹੀਂ ਯਾਦ ਰੱਖਣਾ, ਇਹ ਅਜੇ ਇੰਨਾ ਇੰਪੋਰਟੈਂਟ ਨਹੀਂ ਹੈ, ਇਹਨੂੰ ਪਰੇ ਕਰ ਦਿਓ। ਸੋ ਦਿਮਾਗ ਆਟੋਮੈਟਿਕ ਛਾਂਟੀ ਕਰ ਦਿੰਦਾ ਵੀ ਇਹ ਲਫ਼ਜ਼ ਅਜੇ ਮੈਨੂੰ ਇੰਨੇ ਇੰਪੋਰਟੈਂਟ ਨਹੀਂ ਜਾਪਦੇ, ਪਰ ਆਹ ਟਾਈਮਿੰਗ ਜਿਹੜੇ 2-3 ਪ੍ਰੋਗਰਾਮਾਂ ਦੇ ਐਡੀਸ਼ਨਲ ਹੋ ਗਏ, ਇਹ ਮੈਂ ਰੱਖਣੇ ਆ। ਠੀਕ ਹੈ। ਸੋ ਪਹਿਲੀ ਚੀਜ਼ ਸਾਡੀ ਯੰਗ ਏਜ ਵਿੱਚ ਇਹ ਚੀਜ਼ਾਂ ਭੁੱਲਣ ਦਾ ਮਤਲਬ ਹੈ ਅਸੀਂ ਓਵਰਵਰਕਡ ਹਾਂ, ਪਹਿਲੀ ਗੱਲ। ਜੀ ਜੀ। ਦੂਸਰੀ, ਢਹਿੰਦੀ ਕਲਾ, ਜਿਹੜੀ ਕਿ ਜਿਹਨਾਂ ਇੱਕ ਪਾਸੇ ਤਾਂ ਯਾਨੀ ਜਿਹੜੇ ਵਾਧੂ ਕੰਮਾਂ 'ਚ ਬਿਜ਼ੀ ਨੇ ਉਹਨਾਂ ਨੂੰ ਕੰਮ ਘੇਰ ਲੈਂਦਾ, ਦੂਜੇ ਪਾਸੇ ਜਿਹੜੇ ਵਿਹਲੇ ਆ ਕੋਈ ਕੰਮ ਹੀ ਨਹੀਂ, ਜਾਂ ਬੇਵਜ੍ਹਾ ਗੁਆਂਢੀ ਕੋਲ ਜ਼ਿਆਦਾ ਹੋ ਗਿਆ। ਯਾਨੀ ਇਹ ਹੁਣ ਸਬੂਤ ਨੇ ਸਾਡੇ ਕੋਲ ਕਿ ਅਸੀਂ ਸਭ ਤੋਂ ਵੱਧ ਦੁਖੀ ਆਪਣੇ ਕਿਸੇ ਜਾਣਕਾਰ ਦੀ ਅਚੀਵਮੈਂਟ ਤੋਂ ਹੁੰਦੇ ਹਾਂ। ਵੀ ਆਹ ਸਾਨੂੰ ਜਾਣਦਾ ਸੀ, ਉਹਦੇ ਕੋਲ ਸਾਡੇ ਤੋਂ ਵੱਡੀ ਕਾਰ ਕਿਉਂ ਆ ਗਈ, ਉਹਦੇ ਕੋਲ ਸਾਡੇ ਤੋਂ ਵੱਡੀ ਵਧੀਆ ਨੌਕਰੀ ਕਿਉਂ ਹੈ, ਉਹਦੀ ਜਾਣ ਪਛਾਣ ਉੱਚੇ ਲੋਕਾਂ ਨਾਲ ਕਿਉਂ ਹੈ, ਯਾਨੀ ਇਹੋ ਜਿਹੀ ਚੀਜ਼ ਉਹਦੇ ਕੋਲ ਦਾਜ ਵੱਧ ਕਿਉਂ ਆ ਗਿਆ। ਮੈਂ ਮਿਸਾਲ ਤਾਂ ਦੇ ਰਹੀ ਹਾਂ ਕਿ ਸਾਨੂੰ ਦੂਜੇ ਨਾਲ ਕੀਤਾ ਸਾੜਾ ਜ਼ਿਆਦਾ ਛੇਤੀ ਢਹਿੰਦੀ ਕਲਾ ਵਿੱਚ ਲੈ ਜਾਂਦਾ, ਜਿਹੜੀ ਇਸੇ ਦਿਮਾਗੀ ਬਿਮਾਰੀਆਂ ਦੀ ਜਾਂ ਇਹ ਡਿਪਰੈਸ਼ਨ ਦੇ ਨਾਲ ਰਿਲੇਟਡ ਭੁੱਲ ਜਾਣ ਦੀ ਬਿਮਾਰੀ ਨੂੰ ਛੋਟੀ ਉਮਰੇ ਹੀ ਸ਼ੁਰੂ ਕਰ ਸਕਦਾ। ਠੀਕ ਹੈ। ਸੋ ਇਸੇ ਲਈ ਜੇ ਕਦੇ ਵੀ 2 ਹਫ਼ਤੇ ਤੋਂ ਵੱਧ, ਬਹੁਤ ਇੰਪੋਰਟੈਂਟ ਹੈ, ਜੇ 2 ਹਫ਼ਤੇ ਤੋਂ ਵੱਧ ਸਾਨੂੰ ਲੱਗੇ ਕਿ ਅਸੀਂ ਢਹਿੰਦੀ ਕਲਾ ਵੱਲ ਜਾਂਦੇ ਪਏ ਹਾਂ, ਨਹੀਂ ਸਾਡੀ ਕਿਉਰ ਹੋ ਰਹੀ, ਤਾਂ ਉਹਦੇ ਲਈ ਹਲਕੀ ਜਿਹੀ ਦਵਾਈ ਡਾਕਟਰ ਤੋਂ ਜ਼ਰੂਰ ਸਲਾਹ ਲੈ ਕੇ ਲੈ ਲੈਣੀ ਚਾਹੀਦੀ ਹੈ। ਠੀਕ ਹੈ। ਇੱਕ ਹੋਰ ਮੈਂ ਇਹਦੇ ਨਾਲ ਹੀ ਗੱਲ ਦੱਸ ਦਿਆਂ ਕਿ ਕਾਫੀ ਵਾਰ ਮੈਨੂੰ ਫੋਨ ਆ ਜਾਂਦੇ ਨੇ ਵੀ ਆਹ ਬੰਦਾ ਹੈ ਬਿਮਾਰੀ, ਜਰਾ ਫਟਾਫਟ ਦਵਾਈ ਲਿਖਾਓ। ਹਾਂਜੀ, ਅਸੀਂ ਇਹ ਤੁਹਾਡਾ ਪ੍ਰੋਗਰਾਮ ਖਾਲਸ ਖਾਨਾ ਤੇ ਸੁਣਿਆ ਸੀ, ਇਹ ਜਲਦੀ ਨਾਲ ਦਵਾਈ ਲਿਖਾ ਦਿਓ। ਇਸ ਤਰ੍ਹਾਂ ਦੀ ਚੀਜ਼ ਸਹੀ ਨਹੀਂ ਹੁੰਦੀ। ਦੇਖੋ, ਜੇ ਅਸੀਂ ਕੱਪੜਾ ਵੀ ਖਰੀਦਦੇ ਹਾਂ ਮੈਚਿੰਗ ਥਾਂ ਤੇ ਜਾ ਕੇ ਤੇ ਨਾਲ ਲੈ ਕੇ ਜਾਂਦੇ ਤੇ 19-21 ਦਾ ਫਰਕ ਵੀ ਨਹੀਂ ਅਸੀਂ ਕਰਨਾ ਚਾਹੁੰਦੇ। ਜੇ ਅਸੀਂ ਬਾਹਰ ਗੋਭੀ ਜਾਂ ਟਮਾਟਰ ਖਰੀਦਣੇ, ਉਹ ਵੀ 10 ਵਾਰ ਫਰੋਲ ਕੇ ਦੇਖ ਕੇ ਖਰੀਦਦੇ ਹਾਂ ਕਿ ਇਹਦੇ 'ਚ ਕੋਈ ਖਰਾਬੀ ਨਾ ਹੋਵੇ, ਅਸੀਂ ਤਰੋ ਤਾਜ਼ਾ ਲੈਣਾ। ਤਾਂ ਸਰੀਰ ਨੂੰ ਤੁਸੀਂ ਕਹਿੰਦੇ ਹੋ ਕਿ ਕੋਈ ਡਾਕਟਰ ਚੈੱਕ ਹੀ ਨਾ ਕਰੇ, ਜਦੋਂ ਕਿ ਬਹੁਤ ਵਾਰ, ਮੈਂ ਅੱਜ ਦਾ ਹੀ ਐਗਜ਼ਾਮਪਲ ਦਿੰਦੀ ਹਾਂ, ਮੈਂ ਹਸਪੀਟਲ ਦੇ ਵਿੱਚ ਕੇਸ ਦੇਖਿਆ ਜਿਹੜੇ ਕਿ ਢਿੱਡ ਪੀੜ ਦੀ ਦਵਾਈ ਪਿਛਲੇ 3 ਮਹੀਨਿਆਂ ਤੋਂ ਲੈ ਰਹੇ ਸਨ ਤੇ ਅਲਟੀਮੇਟਲੀ ਉਹਨਾਂ ਨੂੰ ਕਿਡਨੀ ਦਾ ਕੈਂਸਰ ਲੱਭਿਆ, ਜੋ ਕਿ ਸਿਰਫ ਇੱਧਰੋਂ ਉੱਧਰੋਂ ਦਵਾਈਆਂ ਪੁੱਛ ਪੁਛਾ ਕੇ ਇੰਝ ਖਾਣ ਸਦਕਾ ਚੈੱਕ ਕਰਾਇਆ ਹੀ ਨਹੀਂ। ਮੈਂ ਇਸੇ ਲਈ ਬੇਨਤੀ ਕਰਦੀ ਹਾਂ ਕਿ ਫੋਨ ਤੇ ਸ਼ਾਇਦ ਕਿਸੇ ਨੂੰ ਇਹ ਰੁੱਖਾ ਹੀ ਲੱਗੇ ਕਿ ਜਵਾਬ ਦੇ ਦਿੰਦੀ ਹੈ, ਨਹੀਂ ਲਿਖਾਉਂਦੀ, ਪਰ ਮੇਰਾ ਮਕਸਦ ਇਹੋ ਹੁੰਦਾ ਕਿ ਚੈੱਕ ਕੀਤਾ ਜਾਏ। ਕਈ ਵਾਰ ਅਣਪਛਾਤਾ ਵਧਿਆ ਬਲੱਡ ਪ੍ਰੈਸ਼ਰ ਜਾਂ ਸ਼ੂਗਰ, ਜੋ ਪਤਾ ਹੀ ਨਹੀਂ ਹੁੰਦੀ ਮਰੀਜ਼ ਨੂੰ ਮੈਨੂੰ ਇਹ ਬਿਮਾਰੀ ਹੈ, ਜਾਂ ਲੱਤਾਂ ਦੀਆਂ ਨਸਾਂ ਦੇ ਵਿੱਚ ਰੋਕਾ ਪਿਆ ਹੋਏ, ਕੋਈ ਉਹੋ ਜਿਹੀ ਕਮਜ਼ੋਰੀ, ਇਹ ਚੀਜ਼ਾਂ ਚੈੱਕ ਕਰਕੇ ਫਿਰ ਹੀ ਦਵਾਈ ਖਾਣੀ ਚਾਹੀਦੀ ਹੈ। ਫੋਨਾਂ ਤੇ ਦਵਾਈ ਲਿਖਾਣੀ ਠੀਕ ਨਹੀਂ ਹੁੰਦੀ। ਠੀਕ ਹੈ। ਹੁਣ ਜੇ ਹਲਕੀ ਸਿਰ ਦੀ ਸੱਟ ਵੱਜੀ ਹੋਵੇ, ਜਿਹਦਾ ਸ਼ਾਇਦ ਅੰਦਾਜ਼ਾ ਵੀ ਨਾ ਹੋਏ ਕਿ ਅੱਛਾ ਉਹ ਕਦੇ ਸਿਰ 'ਚ ਵੱਜਿਆ ਸੀ, ਸਾਨੂੰ ਪਤਾ ਹੀ ਨਹੀਂ, ਮਾੜਾ ਮੋਟਾ ਬਲੱਡ ਲੀਕ ਹੋਇਆ, ਉਹ ਠੀਕ ਹੋਇਆ, 2 ਗੋਲੀਆਂ ਖਾ ਲਈਆਂ, ਉਹ ਪਤਾ ਜੇ ਇਹ ਭੁੱਲ ਜਾਣ ਦੀ ਬਿਮਾਰੀ ਦਾ ਖਤਰਾ 4 ਗੁਣਾ ਵਧਾ ਦਿੰਦੀ ਹੈ ਜੀ। ਸੋ ਇੰਨੀ ਹਲਕੀ ਸੱਟ ਜਿਹੜੀ ਸ਼ਾਇਦ ਸਾਨੂੰ ਕਈ ਵਾਰ ਚੇਤੇ ਵੀ ਨਹੀਂ ਹੁੰਦੀ ਵੀ ਇਹ ਲੱਗੀ ਸੀ। ਹਾਂਜੀ। ਹੁਣ ਇੱਕ ਹੋਰ ਚੀਜ਼ ਬਹੁਤ ਇੰਪੋਰਟੈਂਟ ਹੈ, ਮੋਟਾਪਾ। ਠੀਕ ਹੈ। ਖਾਸ ਤੌਰ ਤੇ ਜਦੋਂ ਪੇਟ ਬਾਹਰ ਨੂੰ ਨਿਕਲਣ ਲੱਗ ਜਾਏ
ਉੱਥੇ ਅਨੇਕ ਬਿਮਾਰੀਆਂ ਤਾਂ ਹਾਨੀ, ਪਰ ਮੋਟਾਪੇ ਦਾ ਸਿੱਧਾ ਸੰਬੰਧ ਹੈ ਯਾਦਾਸ਼ਤ ਦੇ ਨਾਲ। ਅੱਛਾ। ਸੋ ਜੇ ਤੁਸੀਂ ਚੁਸਤ ਦਰੁਸਤ ਨਹੀਂ ਹੋ, ਤੁਹਾਡਾ weight ਵੱਧ ਚੁੱਕਾ ਹੈ, ਢਿੱਡ ਬਾਹਰ ਨੂੰ ਆਉਣਾ ਸ਼ੁਰੂ ਹੋਇਆ ਤਾਂ ਸਮਝ ਲਓ ਕਿ ਤੁਹਾਡੀਆਂ ਅੰਦਰ ਇੰਨੀਆਂ ਕੁ ਨਸਾਂ ਦਿਮਾਗ ਵੱਲ ਨੂੰ ਜਾਂਦੀਆਂ ਆਲਰੇਡੀ ਭੀੜੀਆਂ ਨੇ, ਜਿਨ੍ਹਾਂ ਵਿੱਚ ਇਹ ਆਕਸੀਜਨ ਦੀ ਕਮੀ ਸ਼ੁਰੂ ਹੋ ਗਈ, ਅਤੇ ਉਹਦੇ ਨਾਲ ਰਿਲੇਟਡ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ, ਥਾਇਰੋਇਡ ਜਾਂ ਹੋਰ ਜਿਵੇਂ ਮੈਂ ਦੱਸਿਆ ਪਹਿਲਾਂ ਵੀ ਬਲੱਡ ਪ੍ਰੈਸ਼ਰ, ਸ਼ੂਗਰ ਦੇ ਨਾਲ ਦਿਲ ਦੇ ਰੋਗ, ਇਹ ਸਾਰੇ ਕੁਛ ਇਸੇ ਨਾਲ ਸ਼ੁਰੂ ਹੋ ਸਕਦੇ ਨੇ, ਜਿਸ ਸਦਕਾ ਫਿਰ ਭੁੱਲਣ ਦੀ ਬਿਮਾਰੀ ਹੋ ਸਕਦੀ ਹੈ। ਠੀਕ ਹੈ। ਹੁਣ ਸਿਗਰਟ ਨੋਸ਼ੀ ਸ਼ਾਇਦ ਕਿਸੇ ਨੂੰ ਅੰਦਾਜ਼ਾ ਵੀ ਨਾ ਹੋਵੇ, ਪਰ ਸਿਗਰਟ ਪੀਣਾ ਤੇ ਨਸ਼ੇ ਕਰਨ ਵਾਲਿਆਂ 'ਚ ਭੁੱਲ ਜਾਣ ਜਿਹੜੀ ਜਾਣ ਦੀ ਬਿਮਾਰੀ 8 ਗੁਣਾ ਵੱਧ ਹੁੰਦੀ ਜੇ ਬਾਕੀਆਂ ਨਾਲੋਂ ਜੀ। ਸੋ ਇੱਕ ਹੋਰ ਇੰਪੋਰਟੈਂਟ ਚੀਜ਼ ਜਿਹੜੀ ਸ਼ਾਇਦ ਸਾਡੇ ਧਿਆਨ ਹਿੱਤ ਹੀ ਨਾ ਹੋਵੇ, ਕਿ ਅਸੀਂ ਆਮ ਸੋਚਦੇ ਹਾਂ 6 ਘੰਟੇ ਸੌਂ ਲਿਆ ਬਸ ਬਹੁਤ ਹੈ। ਬਹੁਤ ਸਾਰੇ ਯੂਥ ਜਿਹੜੇ ਸਾਡੇ ਨੌਜਵਾਨ ਨੇ, ਉਹ ਕਹਿੰਦੇ ਵੀ ਨੇ ਸਾਰੀ ਰਾਤ ਬਹਿ ਕੇ ਪੜ੍ਹਦੇ ਰਹਿੰਦੇ ਆ, ਸਵੇਰੇ ਉੱਥੇ ਸਾਫ਼ ਹੋ ਜਾਂਦਾ। ਹਾਂਜੀ। ਹੁਣ ਇਹ ਇੰਨੀ ਕੁ ਆਮ ਗੱਲ ਬਣ ਚੁੱਕੀ ਹੈ ਕਿ ਅਸੀਂ, ਸਾਡਾ ਨੌਜਵਾਨ ਹੈ, ਸਾਡੀ ਜੋ ਪੀੜ੍ਹੀ ਇਸ ਵੇਲੇ ਸਾਡੀ ਹੈ, ਉਹ 6 ਘੰਟੇ ਤੋਂ ਵੱਧ ਸੌਣ ਨੂੰ ਤਰਜੀਹ ਨਹੀਂ ਦਿੰਦੀ। ਉਹਨਾਂ ਕੋਲ ਕੰਮ ਹੀ ਨਹੀਂ ਮੁੱਕਦੇ ਵੀ ਮੈਂ ਫੇਸਬੁੱਕ ਵੀ ਚੈੱਕ ਕਰਨੀ ਹੈ, ਮੈਂ ਟਵਿੱਟਰ 'ਤੇ ਵੀ ਜਾਣਾ, ਮੇਰੇ ਕੋਲ ਵਟਸਐਪ ਵੀ ਹੈ, ਮੈਂ ਤਾਂ ਬਿਲਕੁਲ ਵਿਹਲਾ ਨਹੀਂ ਹਾਂ। ਹੁਣ ਉਹਨਾਂ ਸਾਰਿਆਂ ਲਈ ਇਹ ਜ਼ਰੂਰੀ ਹੈ ਦੱਸਣਾ ਕਿ 6 ਘੰਟੇ ਸੌਂਦੇ ਰਹੋ, ਜੀ ਸਦਕੇ ਫਰੈਸ਼ ਵੀ ਮਹਿਸੂਸ ਭਾਵੇਂ ਕਰਦੇ ਰਹੋ, ਪਰ ਸਿਰਫ ਤੇ ਸਿਰਫ 8 ਤੋਂ ਲੈ ਕੇ 9 ਸਾਲ ਦੀ ਗੱਲ ਹੀ ਜੇ ਇਸੇ ਤਰ੍ਹਾਂ 6 ਘੰਟੇ ਹੀ ਕੀਤੇ ਜਾਣ, ਤੁਸੀਂ ਪ੍ਰੋਪਰ 8 ਘੰਟੇ ਦੀ ਨੀਂਦ ਨਾ ਲਓ ਤਾਂ ਤਿਆਰ ਰਹੋ, ਤੁਹਾਨੂੰ ਭੁੱਲ ਜਾਣ ਦੀ ਆਉਣ ਵਾਲੀ ਬਿਮਾਰੀ 7-8 ਸਾਲਾਂ ਦੇ ਅੰਦਰ ਅੰਦਰ ਸ਼ੁਰੂ ਹੋ ਜਾਣੀ ਜੇ, ਜੋ ਅੱਗੋਂ ਵਧਣ ਦੀ ਸਪੀਡ ਅੱਗੋਂ ਦੁੱਗਣੀ ਹੋ ਜਾਂਦੀ ਜੇ ਆਮ ਲੋਕਾਂ ਨਾਲੋਂ। ਠੀਕ ਹੈ। ਸੋ ਇਹ ਬਹੁਤ ਇੰਪੋਰਟੈਂਟ ਹੈ ਕਿ ਨੀਂਦਰ ਤੁਸੀਂ, ਭਾਵੇਂ ਅੱਜ ਦੇ ਦਿਨ ਸਾਡਾ ਯੂਥ ਸਮਝੇ ਕਿ ਮੈਂ ਬਿਲਕੁਲ ਠੀਕ ਹਾਂ, ਮੈਂ ਬਾਕੀ ਕੰਮ ਕਰਨਾ, ਪਰ ਉਹਨੂੰ ਕਹੋ ਜੀ ਜਿਸ ਕੰਮ ਲਈ ਨੀਂਦਰ ਛੱਡ ਰਹੇ ਹੋ ਮੁੜ ਕੇ ਉਹ ਕੰਮ ਤੋਂ ਵੀ ਜਾਓਗੇ। ਸੋ ਬਿਹਤਰ ਹੈ ਆਪਾਂ ਜੇ ਰਾਤ ਨੂੰ 7 ਘੰਟੇ ਕਰ ਲਓ, ਘੰਟਾ ਦੁਪਹਿਰ ਵੇਲੇ ਨਿਬੇੜ ਲਓ, ਤੇ ਇਹ 8 ਘੰਟੇ ਦੀ ਨੀਂਦਰ ਤੁਹਾਡੇ ਲਈ ਜ਼ਰੂਰੀ ਹੈ, ਕਿਉਂਕਿ ਦਿਮਾਗ ਦੀ ਟੁੱਟ ਫੁੱਟ, ਉਹਦੀ ਰਿਪੇਅਰ ਇੰਨੀ ਇੰਪੋਰਟੈਂਟ ਹੈ ਜਿਹੜੀ ਅਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ। ਸੋ ਇਹ ਜ਼ਰੂਰੀ ਜੇ। ਜੀ। ਹੁਣ ਇੰਜੀ ਖਾਸ ਖਿਆਲ ਇਹ ਰੱਖਣ ਦੀ ਲੋੜ ਹੈ, ਜੋ ਕਿ ਸਾਡੇ ਬਹੁਤ ਸਟੂਡੈਂਟਸ ਰਾਤ ਵੇਲੇ ਜਾਗਣ ਲਈ ਚਾਹ ਕੌਫੀ ਸਟਰੋਂਗ ਪੀਂਦੇ ਨੇ। ਹਾਂਜੀ। ਹੁਣ ਇਹ ਜਿਹੜੇ ਅਸੀਂ ਨੀਂਦਰ ਉਡਾਉਣ ਵੇਲੇ ਦੀਆਂ ਸਗੋਂ ਗੱਲਾਂ ਜਿਹੜੀਆਂ ਚਾਹ ਕੌਫੀ ਆਮ ਤੌਰ 'ਤੇ ਹੁਣ ਡਾਕਟਰੀ ਸਲਾਹ ਦੇ ਮੁਤਾਬਕ ਸੌਣ ਤੋਂ ਘੱਟੋ ਘੱਟ 4 ਘੰਟੇ ਪਹਿਲਾਂ ਹੋਣੀ ਚਾਹੀਦੀ ਜੇ, ਇਹ ਨਾਲ ਨਹੀਂ ਹੋਣੀ ਚਾਹੀਦੀ ਬਿਲਕੁਲ। ਇਸੇ ਤਰ੍ਹਾਂ ਨਸ਼ਾ ਜਾਂ ਸ਼ਰਾਬ ਰਾਤ ਵੇਲੇ ਜੇ ਰੂਟੀਨ ਬਣਾ ਲਓ ਫਿਰ ਵੀ ਇਹ ਪ੍ਰੋਬਲਮ ਕਰਦੀ ਹੈ, ਸੋ ਇਹ ਨਹੀਂ ਲੈਣੀ ਚਾਹੀਦੀ। ਜੀ ਡਾਕਟਰ। ਹੁਣ ਕਈ ਇੱਕ ਬਿਮਾਰੀ ਹੁੰਦੀ ਜੇ, ਕਈਆਂ ਨੂੰ ਹੈਲੂਸੀਨੇਸ਼ਨ ਹੋਣ ਲੱਗ ਜਾਂਦੀਆਂ, ਕੁਛ ਹੈ ਨਹੀਂ, ਉਹ ਅਜੀਬ ਚੀਜ਼ਾਂ ਦਿਸਣ ਲੱਗ ਜਾਣਗੀਆਂ ਜਾਂ ਸੁਣਨ ਲੱਗ ਜਾਂਦੀਆਂ ਨੇ। ਅੱਛਾ। ਇਹਦਾ ਮਤਲਬ ਇਹ ਕਿ ਉਹਨਾਂ ਨੂੰ ਆਲਰੇਡੀ ਦਿਮਾਗੀ ਬਿਮਾਰੀ ਸ਼ੁਰੂ ਹੋ ਚੁੱਕੀ, ਤੁਰੰਤ ਇਲਾਜ ਕਰਾ ਲਓ, ਨਹੀਂ ਤੇ ਅੱਗੋਂ ਜਿੱਥੇ ਮਾਨਸਿਕ ਰੋਗ ਵੀ ਬਣਨਗੇ ਉੱਥੇ ਤੁਹਾਡੀ ਇਹ ਯਾਦ ਸ਼ਕਤੀ ਵੀ ਤੁਰ ਜਾਣੀ ਹੈ। ਜੀ। ਹੁਣ ਆਪਾਂ ਮੇਰਾ ਖਿਆਲ ਦੱਸੀਏ, ਜੇ ਕਾਰਨ ਲੱਭ ਗਏ ਤਾਂ ਭਾਈ ਤੁਸੀਂ ਕਿਸ ਤਰੀਕੇ ਹੁਣ ਇਹ ਠੀਕ ਕਰਨਾ, ਜੇ ਯਾਦਾਸ਼ਤ ਰੱਖਣੀ ਕਿਵੇਂ ਠੀਕ ਹੈ, ਮੇਰਾ ਖਿਆਲ ਹੈ ਜੇ ਉਹ ਆਪਾਂ ਦੱਸ ਦਈਏ ਤਾਂ ਬਹੁਤ ਵਧੀਆ ਹੋਏਗਾ। ਬਹੁਤ ਜ਼ਰੂਰੀ ਹੈ, ਅਸਲੀ ਗੱਲ ਤਾਂ ਹੁਣ ਆਉਣੀ ਹੈ। ਬਿਲਕੁਲ। ਇਹਦਾ ਮਤਲਬ ਹੈ ਪਹਿਲੀ ਚੀਜ਼ ਮੈਂ ਗੱਲ ਕਰਾਂਗੀ ਜਵਾਨੀ ਵੇਲੇ ਤੋਂ, ਮੈਂ ਹੁਣ ਗੱਲ ਕਰ ਰਹੀ ਹਾਂ 20 ਸਾਲ ਦੀ ਉਮਰ ਤੋਂ ਹੀ, ਬਲਕਿ 18 ਸਾਲ ਦੀ ਉਮਰ ਤੋਂ ਹੀ, ਜੋ ਤੁਸੀਂ ਪ੍ਰੀਵੈਂਟਿਵ ਮੈਕੈਨਿਜ਼ਮ ਜਿਹੜਾ ਲੈਣਾ ਜੇ, ਜਾਂ ਜੇ ਹੁਣ ਵੀ ਤੁਸੀਂ ਉਸ ਉਮਰ 'ਚ ਪਹੁੰਚ ਗਏ ਹੋ ਤਾਂ ਇਹ ਚੀਜ਼ਾਂ ਦੇ ਵੱਲ ਵਾਪਸ ਮੁੜਨਾ ਪੈਣਾ। ਸੋ ਬੈਟਰ ਹੈ ਆਪਾਂ 18-19 ਸਾਲ ਦੀ ਉਮਰ ਤੋਂ ਹੀ ਇਹਨੂੰ ਗਿਣੀਏ। ਪਹਿਲੀ ਚੀਜ਼, ਕਦੇ ਵੀ ਛਾਣ ਬੂਰੇ ਤੋਂ ਬਗੈਰ ਵਾਲੀ ਕਣਕ ਨਹੀਂ ਖਾਣੀ। ਅੱਛਾ। ਯਾਨੀ ਕਣਕ ਦਾ ਜੇ ਆਟਾ ਵਰਤਣਾ ਤਾਂ ਹਮੇਸ਼ਾ ਛਾਣ ਬੂਰੇ ਵਾਲਾ ਹੀ ਵਰਤਣਾ। ਤੇ ਅਸੀਂ ਕਾਫੀ ਵਾਰ ਵੈਸੇ ਤਾਂ ਪ੍ਰੋਗਰਾਮਾਂ 'ਚ ਗੱਲ ਕੀਤੀ ਹੈ, ਮੈਂ ਅੱਜ ਫਿਰ ਦੱਸ ਦਿਆਂ, ਰਾਗੀ ਦਾ ਆਟਾ ਤੇ ਕੋਦਰੇ ਦਾ ਆਟਾ, ਇਹ ਦੋਨੋਂ ਦਿਮਾਗ ਦੀ ਤੰਦਰੁਸਤੀ ਲਈ ਇਸ ਤੋਂ ਵਧੀਆ ਕੁਦਰਤ ਨੇ ਖੁਰਾਕ ਸਾਨੂੰ ਕੋਈ ਦਿੱਤੀ ਹੀ ਨਹੀਂ। ਜੀ।
ਸੋ ਰਾਗੀ ਦਾ ਆਟਾ ਜੇ ਕਣਕ ਛੱਡ ਕੇ ਇਹਨੂੰ ਸ਼ੁਰੂ ਕਰ ਲਿਆ ਜਾਵੇ ਤਾਂ ਤੁਹਾਡੀਆਂ ਘੱਟੋ ਘੱਟ ਮੈਂ ਦੱਸ ਰਹੀ ਹਾਂ 68 ਤੋਂ 70% ਬਿਮਾਰੀਆਂ ਤਾਂ ਇਕੱਲੇ ਇਸੇ ਆਟੇ ਨੇ ਖਿੱਚ ਦੇਣੀਆਂ। ਠੀਕ ਹੈ। ਜਿਨ੍ਹਾਂ 'ਚ ਕੈਂਸਰ ਤੱਕ ਦੀ ਗੱਲ ਹੈ, ਹੱਡੀਆਂ ਮਜ਼ਬੂਤ ਕਰਨੀਆਂ, ਚਮੜੀ ਦੀ ਲਚਕ ਵਧਣੀ, ਵਾਲ ਠੀਕ ਹੋਣੇ, ਯਾਦਾਸ਼ਤ ਠੀਕ ਰਹਿਣੀ, ਅੱਖਾਂ ਦੀ ਨਿਗਾਹ ਠੀਕ ਰਹਿਣੀ, ਗੁਰਦੇ ਠੀਕ ਰਹਿਣੇ, ਜਿਗਰ ਠੀਕ ਰਹਿਣਾ, ਇਹ ਨਸਾਂ 'ਚ ਝੱਪੇ ਨਾ ਜੰਮਣੇ, ਇਹ ਸਾਰੀਆਂ ਚੀਜ਼ਾਂ ਇੱਕ ਰਾਗੀ ਦਾ ਆਟਾ ਹੀ ਠੀਕ ਕਰ ਸਕਦਾ। ਸ਼ੂਗਰ ਦੀ ਬਿਮਾਰੀ ਹੋਣ ਤੋਂ ਰੋਕ ਸਕਦਾ, ਬਲੱਡ ਪ੍ਰੈਸ਼ਰ ਨਹੀਂ ਹੋਣ ਦੇਵੇਗਾ। ਇਸ ਤੋਂ ਵਧੀਆ ਕੁਦਰਤ ਨੇ ਨਹੀਂ ਸਾਨੂੰ, ਜੋ ਕਿ ਜੰਗਲੀ ਉਗ ਜਾਂਦੀ ਹੈ ਬੂਟੀ, ਪਾਣੀ ਦੀ ਲੋੜ ਸੋਕੇ 'ਚ ਵੀ ਲੱਗੀ ਰਹਿੰਦਾ। ਸੋ ਰਾਗੀ ਦਾ ਆਟਾ ਰੱਬ ਦਾ ਵਾਸਤਾ ਜੇ ਅਸੀਂ ਸਾਰੇ ਸ਼ੁਰੂ ਕਰ ਦਈਏ ਤਾਂ ਬੇਅੰਤ ਬਿਮਾਰੀਆਂ ਤੋਂ ਬਚਾਓ ਹੋ ਸਕਦਾ ਜੀ ਡਾਕਟਰ ਸਾਹਿਬ। ਫਿਰ ਰੈਗੂਲਰ ਇੱਕ ਵੇਲੇ ਤਾਂ ਕਿਸੇ ਵੀ ਹਾਲ ਵਿੱਚ 24 ਘੰਟਿਆਂ ਵਿੱਚ ਤੁਸੀਂ ਨੀਂਦਰ ਨਹੀਂ ਲੈਣੀ ਜਦ ਤੱਕ ਦਿਨ 'ਚ ਇੱਕ ਵੇਲੇ ਸਬਜ਼ੀਆਂ ਤੇ ਫਲ, ਹਰੀਆਂ ਸਬਜ਼ੀਆਂ ਤੇ ਫਲ ਨਾ ਲਏ ਹੋਣ। ਠੀਕ ਹੈ। ਇਹਦੇ ਨਾਲੋਂ ਨਾਲ ਖਾਸ ਤੌਰ ਤੇ ਹਰੀਆਂ ਫਲੀਆਂ ਤੇ ਪਾਲਕ, ਇਹ ਦੋ ਬਹੁਤ ਵਧੀਆ ਨੇ ਜਿਨ੍ਹਾਂ ਨੂੰ ਅਸੀਂ ਰੈਗੂਲਰ ਤੌਰ ਤੇ ਵਰਤਦੇ ਰਹੀਏ ਹਫ਼ਤੇ 'ਚ 3 ਕੁ ਵਾਰ, ਤੇ ਬਹੁਤ ਚੰਗੀਆਂ ਨੇ। ਠੀਕ ਹੈ। ਬਾਕੀ ਟਾਈਮ ਜਿਵੇਂ ਇੱਕ ਵੇਲੇ ਸਬਜ਼ੀ ਲਈਏ, ਦੂਜੇ ਟਾਈਮ ਤੁਸੀਂ ਦਾਲਾਂ ਲੈ ਸਕਦੇ ਹੋ ਜਾਂ ਅੰਡਾ ਲੈ ਸਕਦੇ ਹੋ ਜਾਂ ਤੁਸੀਂ ਮੱਛੀ ਲੈ ਸਕਦੇ ਹੋ। ਇਹ ਸਾਰੇ ਹੀ ਬਿਹਤਰ ਨੇ। ਸੁੱਕੇ ਮੇਵੇ ਲੈ ਲੈਣੇ ਚਾਹੀਦੇ ਨੇ, ਇਹ ਵੀ ਓਨੇ ਕੁ ਜਿੰਨੇ ਤੁਹਾਡੀ ਬੰਦ ਮੁੱਠੀ ਦੇ ਵਿੱਚ ਆਣ, ਰਲਵੇਂ ਮਿਲਵੇਂ, ਯਾਨੀ ਬਦਾਮ, ਅਖਰੋਟ, ਕਾਜੂ, ਸੌਗੀ ਜੋ ਵੀ ਤੁਸੀਂ ਲੈਣੀ ਹੈ ਬੰਦ ਮੁੱਠੀ 'ਚ। ਇਹ ਨਹੀਂ ਕਿ ਮੁੱਠੀ ਖੋਲ ਕੇ ਭਰ ਕੇ ਉਹ ਖਾ ਲਓ, ਉਹ ਨਹੀਂ, ਜਿੰਨੀ ਮੁੱਠੀ ਦੇ ਵਿੱਚ ਆ ਕੇ ਬੰਦ ਹੋ ਜਾਣ ਓਨੇ ਕੁ ਦਾਣੇ। ਠੀਕ ਹੈ। ਫਿਰ ਹਫ਼ਤੇ ਵਿੱਚ ਘੱਟੋ ਘੱਟ 5 ਦਿਨ ਤੇ ਘੱਟੋ ਘੱਟ 40 ਮਿੰਟ ਤੋਂ ਲੈ ਕੇ ਘੰਟਾ ਜਾਂ ਭਾਵੇਂ ਸਵਾ ਘੰਟਾ ਵੀ ਹਰ ਮਤਲਬ ਤੁਸੀਂ ਇਹ ਹਫ਼ਤੇ 'ਚ ਘੱਟੋ ਘੱਟ 5 ਦਿਨ, ਇਹ ਜ਼ਰੂਰੀ ਹੈ। ਰੋਜ਼ ਹੋ ਜਾਏ ਤਾਂ ਬਹੁਤ ਵਧੀਆ। ਜਿਹੜੀ ਰੈਗੂਲਰ ਕਸਰਤ ਹੈ ਉਸ 'ਚ ਤੁਰਨਾ ਬਿਲਕੁਲ ਵੀ ਨਹੀਂ ਹੈ, ਮੈਂ ਤੁਰਨੇ ਦੀ ਗੱਲ ਹੀ ਨਹੀਂ ਕੀਤੀ। ਸੋ ਜਾਂ ਤਾਂ ਫਾਸਟ ਵਾਕਿੰਗ ਹੈ, ਨਹੀਂ ਫਿਰ ਨੱਚਣਾ, ਟੱਪਣਾ, ਦੌੜਨਾ, ਤੈਰਨਾ ਜਾਂ ਫਿਰ ਸਾਈਕਲ ਚਲਾਉਣਾ। ਇਹ ਨੇ ਜਿਹੜੀਆਂ ਸਿਹਤਮੰਦ ਜਿਹਨੂੰ ਅਸੀਂ ਕਸਰਤ ਗਿਣਦੇ ਹਾਂ। ਮਤਲਬ ਹੌਲੀ ਹੌਲੀ ਤੁਰਨ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ। ਨਹੀਂ, ਉਹ ਤਾਂ ਸਿਰਫ ਆਪਾਂ ਜਦੋਂ ਪੁਣਨਾ ਹੁੰਦਾ ਆਪਣੇ ਵਿੱਚ ਵੀ ਸੱਸ ਨੂੰ ਪੁਣ ਲਓ ਜਾਂ ਨਨਾਣ ਨੂੰ ਪੁਣਨਾ ਤਾਂ ਉਦੋਂ ਬੇਸ਼ੱਕ ਕਰ ਲਓ। ਜੇ ਬੌਸ ਦੀ ਬਦਖੋਈ ਕਰਨੀ ਹੈ, ਉਹ ਬਹੁਤ ਖਰਾਬ ਹੈ, ਉਹ ਹਰ ਇੱਕ ਦਾ ਹੀ ਹੁੰਦਾ, ਤਾਂ ਉਦੋਂ ਕਰ ਲਓ। ਨਹੀਂ ਤਾਂ ਠੀਕ ਹੈ, ਨਹੀਂ ਤਾਂ ਫਿਰ ਦੌੜਨਾ ਹੀ ਪੈਣਾ। ਠੀਕ ਹੈ, ਠੀਕ ਹੈ ਡਾਕਟਰ ਸਾਹਿਬ। ਅੱਛਾ, ਹੁਣ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਜੋ ਕਿ ਜਸਟ ਰੀਸੈਂਟ ਹੀ ਜਿਸ ਸਦਕਾ ਮੈਂ ਤੁਹਾਨੂੰ ਦੱਸਦੇ ਅੱਜ ਦਾ ਪ੍ਰੋਗਰਾਮ ਜੋ ਇਹ ਆਪਣੇ ਹੋਂਦ ਵਿੱਚ ਆਇਆ ਜਾਂ ਆਪਾਂ ਕਰਨ ਲੱਗੇ ਹਾਂ, ਕਿਉਂਕਿ ਇੱਕ ਬਿਲਕੁਲ ਲੇਟੈਸਟ ਰਿਸਰਚ ਆਈ ਜਿਸ ਵਿੱਚ ਇਹ ਦੇਖਿਆ ਗਿਆ ਕਿ ਜਿਹੜੇ ਬਹੁਤਾ ਸਮਾਂ ਇਕੱਲੇ ਬਿਤਾਉਂਦੇ ਹੋਣ ਜੀ ਉਹਨਾਂ ਵਿੱਚ ਦਿਮਾਗ ਸੁੰਗੜਨ ਲੱਗ ਜਾਂਦਾ ਤੇ ਉਹ ਹੌਲੀ ਹੌਲੀ ਬੰਦੇ ਨੂੰ ਬਿਮਾਰੀਆਂ ਦਾ ਘਰ ਬਣਾ ਦਿੰਦਾ। ਮੇਰੇ ਲਈ ਬੜੀ ਇਹ ਅਜੀਬ ਜਿਹੀ ਗੱਲ ਸੀ ਵੀ ਅੱਛਾ ਇੰਨਾ ਖਤਰਨਾਕ ਹੁੰਦਾ ਜੇ ਇਕੱਲਾ ਰਹਿਣਾ। ਸੋ ਉਹਨਾਂ ਨੇ ਦਿਮਾਗ ਦਾ ਸੁੰਗੜਨਾ ਜਿਹੜੀ ਰੇਟ ਹੈਗਾ ਉਹਦਾ 3 to 4 ਟਾਈਮਸ ਕਰ ਦਿੱਤਾ ਜਿਹੜੇ ਇਕੱਲੇ ਰਹਿੰਦੇ ਹੋਣ, ਤੇ ਉਹਨਾਂ ਦੀ ਯਾਦਦਾਸ਼ਤ ਛੇਤੀ ਖਤਮ ਹੋ ਜਾਂਦੀ ਹੈ ਬਾਕੀਆਂ ਨਾਲੋਂ। ਸੋ ਇਸੇ ਲਈ ਇਹ ਸਟੱਡੀ ਹੋਈ ਪਬਲਿਸ਼ ਜਿਸ 'ਚ ਸਾਰੀਆਂ ਬਾਕੀ ਖੋਜਾਂ ਆਈਆਂ ਤੇ ਉਸ 'ਚ ਕਿ ਜੇ ਬਜ਼ੁਰਗ ਵੀ ਕੋਈ ਇਕੱਲਾ ਰਹਿ ਗਿਆ ਤਾਂ ਬਿਹਤਰ ਹੈ ਜੇ ਘਰ ਕੋਈ ਨਹੀਂ ਪੁੱਛਦਾ ਤੇ ਬਜ਼ੁਰਗ ਘਰ ਵਿੱਚ ਭਾਵੇਂ ਭੇਜ ਦਿਓ, ਉੱਥੇ ਆਪਣੇ ਸਾਥੀਆਂ ਨਾਲ ਗੱਲਾਂ ਬਾਤਾਂ ਕਰਨ, ਜੋ ਮਰਜ਼ੀ ਆਪਣੇ ਪੁੱਤਰਾਂ ਧੀਆਂ ਨੂੰ ਪੁਣ ਲੈਣ ਵੀ ਉਹਨਾਂ ਕਿਉਂ ਨਹੀਂ ਸਾਨੂੰ ਰੱਖਦੇ, ਜੋ ਮਰਜ਼ੀ ਕਰਨ, ਗੇਮਾਂ ਖੇਡਣ, TV ਦੇਖਣ, ਪਰ ਉਹ ਜਿਹੜਾ ਸਾਥ ਹਾਣ ਜਿਹੜਾ ਹੁੰਦਾ ਜੇ ਉਹ ਬਹੁਤ ਜ਼ਰੂਰੀ ਹੈ। ਅਸੀਂ ਜੋ ਇਨਸਾਨ, ਅਸੀਂ ਸੋਸ਼ਲ ਐਨੀਮਲ ਹਾਂ, ਸੋ ਸਾਡੇ ਲਈ ਜ਼ਰੂਰੀ ਹੈ ਕਿ ਰਿਸ਼ਤੇਦਾਰੀ ਹੋਵੇ, ਦੋਸਤ ਹੋਣ, ਜੱਫੀ ਪਿਆਰੀ ਜਿਹੀ ਪਾ ਲਓ, ਕੁਝ ਵੀ ਨਹੀਂ, ਫੋਨ ਤਾਂ ਜ਼ਰੂਰ ਕਰ ਲਿਆ ਕਰੋ ਤੇ ਉਸੇ ਰਾਹੀਂ ਭਾਵੇਂ ਵੀਡੀਓ ਕਾਲ ਰਾਹੀਂ ਜੇ ਅਸੀਂ ਇਸ ਤਰ੍ਹਾਂ ਦੇ ਮੇਲ ਜੋਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਜੇ। ਸੋ ਸਰਪ੍ਰਾਈਜ਼ ਕਾਲ ਕਦੇ ਹੀ ਕਿਸੇ ਨੂੰ, ਹਾਂਜੀ ਕੀ ਹਾਲ ਹੈ, ਕਿਉਂਕਿ ਅੱਜ ਕੱਲ੍ਹ ਤੇ ਹਾਲ ਇਹ ਆ ਇੱਕ ਮੱਛਰ ਵੀ ਵੱਢ ਜੇ ਤੇ ਪਤਾ ਨਹੀਂ 3 ਦਿਨਾਂ ਬਾਅਦ ਜਿਉਂਦੇ ਰਹਿਣਾ ਕਿ ਨਹੀਂ। ਸੋ ਆਪਾਂ ਹਾਲ ਪੁੱਛਦੇ ਰਿਹਾ ਕਰੀਏ ਤੇ ਵਧੀਆ ਰਹਿੰਦਾ। ਬਿਲਕੁਲ ਬਿਲਕੁਲ ਜ਼ਰੂਰੀ ਹੈ ਬਹੁਤ। ਤੇ ਬਾਕੀ ਚੀਜ਼ਾਂ ਮੇਰਾ ਖਿਆਲ ਹੈ ਬਹੁਤੀਆਂ ਤਾਂ ਜਿਵੇਂ ਮੈਂ ਦੱਸ ਚੁੱਕੀ, ਪਰ ਕੁਝ ਕੁ ਚੀਜ਼ਾਂ ਹੋਰ ਦੱਸਦੇ ਹਾਂ। ਡੱਬਾ ਬੰਦ ਚੀਜ਼ਾਂ ਜੇ ਰੈਗੂਲਰ ਖਾਂਦੇ ਹੋਣ, ਖਾਸ ਕਰ ਹੋਸਟਲਰਜ਼,
ਉਹ ਜ਼ਰਾ ਧਿਆਨ ਰੱਖਣ, ਕਿਉਂਕਿ ਇਹ ਪੀਜ਼ਾ ਚਿਪਸ ਵਗੈਰਾ ਇਹ ਠੀਕ ਨਹੀਂ ਹਨ ਜੀ, ਕਦੇ ਕਦਾਈ ਖਾਣੇ ਠੀਕ ਨੇ। ਇੱਕ ਹੋਰ ਚੀਜ਼ ਜੋ ਯੂਥ ਵਿੱਚ ਇਸ ਵੇਲੇ ਹੈੱਡਫੋਨਸ ਲਾ ਕੇ ਉੱਚੀ ਆਵਾਜ਼ ਵਿੱਚ ਜਿਹੜਾ ਸੁਣ ਰਹੇ ਨੇ, ਉਹਦੇ 'ਚ ਯਾਦਾਸ਼ਤ ਦੇ ਸੈਂਟਰ ਦੇ ਸੈੱਲਾਂ ਦੀ ਟੁੱਟ ਫੁੱਟ ਡਬਲ ਹੋ ਜਾਂਦੀ ਜੇ, ਜੋੜ ਟੁੱਟ ਜਾਂਦੇ ਨੇ, ਸੋ ਉਹਨਾਂ ਵਿੱਚ ਭੁੱਲ ਜਾਣ ਦੀ ਬਿਮਾਰੀ ਛੇਤੀ ਹੁੰਦੀ ਜੇ। ਜੀ ਹਾਂ, ਇਸੇ ਤਰ੍ਹਾਂ ਜ਼ਿਆਦਾ ਹਨੇਰੇ ਵਿੱਚ ਕੰਮ ਨਹੀਂ ਕਰਨਾ ਚਾਹੀਦਾ। ਆਪਾਂ ਨੂੰ ਦਿਨ ਦੀ ਰੌਸ਼ਨੀ ਜੋ ਜਿਵੇਂ ਸੂਰਜ ਵਿੱਚ ਨਿਕਲਣਾ ਜ਼ਰੂਰੀ ਜੇ, ਕਿਉਂਕਿ ਇਹ ਡਿਪਰੈਸ਼ਨ ਥੋੜ੍ਹੀ ਜਿਹੀ ਕਾਫੂਰ ਕਰ ਦਿੰਦੇ ਨੇ ਅਤੇ ਇਹ ਤੁਹਾਡਾ ਦਿਮਾਗ ਰਵਾਂ ਵੀ ਕਰ ਦਿੰਦੇ ਨੇ। ਹਾਂਜੀ, ਠੀਕ ਹੈ। ਫਿਰ ਇੱਕ ਰੂਟੀਨ, ਜਿਵੇਂ ਮੈਂ ਦੱਸਿਆ ਸੀ, ਜਿਵੇਂ ਤੁਹਾਡੀ ਹੋਈ ਗੱਲ ਲੈ ਕੇ ਐਗਜ਼ਾਮਪਲ ਦੱਸਿਆ ਸੀ ਵੀ ਉਹ ਰੂਟੀਨ ਜਿਹੜਾ ਬੰਨਿਆ, ਹਾਂਜੀ, ਉਹਨੂੰ ਚੇਂਜ ਨਹੀਂ ਕਰਨਾ ਚਾਹੀਦਾ। ਅਤੇ ਉਹਦੇ ਵਿੱਚ ਖਾਸ ਤੌਰ 'ਤੇ ਇੱਕ ਰੂਟੀਨ ਹੁੰਦਾ ਕਿ ਰਾਤ ਦਾ ਸੌਣ ਦਾ ਸਮਾਂ ਇੱਕ ਹੀ ਹੋਣਾ ਚਾਹੀਦਾ। ਅੱਜ ਕੱਲ੍ਹ ਦੇ ਸਮਾਰਟਫੋਨਾਂ ਵਿੱਚ ਤੁਸੀਂ ਜੇ ਰਾਤ ਦਾ ਆਪਣਾ ਸਲੀਪ ਪੈਟਰਨ ਇੱਕ ਵਾਰ ਫਿੱਟ ਕਰ ਲਓ, ਤੁਹਾਨੂੰ ਆਪੇ ਹੀ ਵਾਰਨਿੰਗ ਦੇ ਦਿੰਦਾ ਵੀ ਭਾਈ ਜੇ 10 ਵਜੇ ਸੌਣ ਦਾ ਟਾਈਮ ਹੈ, ਉਹਨੇ ਤੁਹਾਨੂੰ 9:30 ਹਿੰਟ ਦੇ ਦੇਣੀ ਹੈ ਵੀ ਵਾਈਂਡਿੰਗ ਅਪ ਟਾਈਮ ਆ ਗਿਆ। ਸੋ ਰਾਤ ਦਾ ਸਮਾਂ ਕੋਸ਼ਿਸ਼ ਕਰੋ, ਕਦੇ ਕਦਾਈ ਕਦੇ ਪਾਰਟੀ 'ਚ ਗਏ ਹੋ ਅਤੇ ਲੇਟ ਹੋ ਗਏ, ਕੋਈ ਗੱਲ ਨਹੀਂ, ਪਰ ਰੂਟੀਨ ਇਹੀ ਰੱਖੋ ਕਿ ਸੌਣ ਦਾ ਸਮਾਂ, ਤਾਂ ਕਿ ਤੁਹਾਡੇ ਦਿਮਾਗ ਅੰਦਰਲੀ ਘੜੀ ਉਹ ਦਰੁਸਤ ਰਹਿ ਜਾਂਦੀ ਹੈ ਕਿ ਹਾਂ ਇਹਨੂੰ ਸੌਣ ਦਾ ਸਮਾਂ ਮਿਲ ਗਿਆ, ਅਤੇ ਉਹ ਤੁਹਾਡਾ ਦਿਮਾਗ ਆਪਣੇ ਨੂੰ ਪੂਰਾ ਆਪਣੇ ਆਪ ਨੂੰ ਤਰੋ ਤਾਜ਼ਾ ਕਰ ਲੈਂਦਾ। ਠੀਕ ਹੈ। ਹੁਣ ਪਾਣੀ ਦੀ ਇੱਕ ਗੱਲ ਦੱਸਦੇ ਹਾਂ ਕਿ ਹਰ ਰੋਜ਼ ਦੇ 6 ਤੋਂ 8 ਗਿਲਾਸ ਲੈਣੇ ਜ਼ਰੂਰੀ ਨੇ। ਸਰਦੀਆਂ ਵਿੱਚ ਆਪਾਂ ਨਹੀਂ ਪੀਂਦੇ, ਜਿਨ੍ਹਾਂ ਨਾਲ ਸਾਡੇ ਰਸ ਕੰਸਨਟਰੇਟਡ ਹੋ ਜਾਣਗੇ, ਅੰਦਰਲੇ ਐਂਜ਼ਾਈਮਸ ਠੀਕ ਨਹੀਂ ਰਹਿੰਦੇ, ਉਹ ਵੀ ਗੜਬੜ ਕਰ ਜਾਂਦੇ ਨੇ, ਜਿਹਦੇ ਨਾਲ ਸਾਨੂੰ ਭੁੱਲਣ ਲੱਗ ਜਾਂਦੀਆਂ ਚੀਜ਼ਾਂ ਅਤੇ ਪਤਾ ਲੱਗਦਾ ਹੀ ਨਹੀਂ ਵੀ ਸਭ ਕੁਛ ਤਾਂ ਠੀਕ ਹੈ, ਰੋਟੀ ਵੀ ਖਾ ਲਈ, ਸਭ ਕੁਛ ਕੀਤਾ। ਪਰ ਇਹ ਖਿਆਲ ਰੱਖਣ ਦੀ ਲੋੜ ਹੈ ਕਿ ਪਾਣੀ ਜ਼ਰੂਰ ਸਾਨੂੰ ਪੀਂਦੇ ਰਹਿਣਾ ਚਾਹੀਦਾ। ਹੁਣ ਜਿਨ੍ਹਾਂ ਦੀ ਯਾਦਾਸ਼ਤ ਥੋੜ੍ਹੀ ਜਾਣੀ ਸ਼ੁਰੂ ਹੋ ਚੁੱਕੀ, ਜਿਨ੍ਹਾਂ 'ਚ ਮੈਂ ਹੁਣ ਲੈ ਕੇ ਆਉਣ ਲੱਗੀ ਹਾਂ ਤੁਹਾਨੂੰ ਵੀ 55 ਤੋਂ ਉੱਪਰਲੇ ਸਾਲਾਂ 'ਚ, ਉਹਨਾਂ ਲਈ ਪੁਰਾਣੀਆਂ ਐਲਬਮਸ ਦੇਖਣੀਆਂ ਉਹ ਬਹੁਤ ਜ਼ਰੂਰੀ ਨੇ। ਇੱਕ ਅਜਿਹੇ ਲੋਕਾਂ ਨੂੰ ਜੋ ਫਰਜ਼ ਕਰੋ ਹੁਣ 70-75 ਤੇ ਚਲੇ ਗਏ ਨੇ, ਉਹਨਾਂ ਨੂੰ ਆਮ ਤੌਰ 'ਤੇ ਜਦੋਂ ਭੁੱਲਣ ਦੀ ਬਿਮਾਰੀ ਲੱਗ ਚੁੱਕੀ, ਉਹਨਾਂ ਨੂੰ ਕੋਸ਼ਿਸ਼ ਕਰੀਏ ਕਿ ਇਹ ਨਾ ਪੁੱਛੋ ਤੁਸੀਂ ਕੀ ਖਾਣਾ ਜੇ, ਹੁਣ ਕੀ ਪਾਉਣਾ ਤੁਸੀਂ, ਹੁਣ ਕੀ ਕਰਨਾ ਚਾਹੁੰਦੇ ਹੋ, ਇਹੋ ਜਿਹੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ। ਪਰ ਉਹਨਾਂ ਦੇ ਦਿਮਾਗ ਨੂੰ ਰਵਾਂ ਕਰਨ ਲਈ ਉਸ ਉਮਰ ਵਿੱਚ ਸਵਾਲ ਇੰਝ ਪੁੱਛਣਾ ਚਾਹ ਸਕਦੇ ਹਾਂ, ਆਪਾਂ ਪੁੱਛ ਸਕਦੇ ਹਾਂ ਵੀ ਅੱਜ ਆਪਾਂ ਪੀਲਾ ਸਵੈਟਰ ਪਾਓਗੇ, ਵੀ ਅੱਜ ਖੀਰ ਖਾਓਗੇ, ਯਾਨੀ ਕੁਛ ਇਸ ਤਰੀਕੇ ਦੇ ਡਾਇਰੈਕਟ ਕੁਐਸਚਨਸ ਕੀਤੇ ਜਾਣ ਤਾਂ ਉਹਨਾਂ ਦਾ ਦਿਮਾਗ ਵਾਪਸ ਯਾਨੀ ਰਵਾਂ ਹੋਣ ਲੱਗ ਜਾਂਦਾ, ਬਜਾਏ ਕਿ ਉਹ ਕਨਫਿਊਜ਼ਨ ਵਿੱਚ ਚਲਾ ਜੇ ਵੀ ਕੀ ਪੁੱਛ ਲਿਆ, ਕੀ ਪਾਉਣਾ, ਮੇਰੇ ਕੋਲ ਹੈ ਕੀ ਸੀ, ਮੈਂ ਕੀ ਹੁਣ ਦੱਸਾਂ, ਉਸ ਕਨਫਿਊਜ਼ਨ 'ਚ ਨਹੀਂ ਪਾਉਣਾ ਚਾਹੀਦਾ। ਠੀਕ ਹੈ। ਤੇ ਪਰ ਜਿਨ੍ਹਾਂ ਨੂੰ ਭੁੱਲ ਜਾਣ ਦੀ ਬਿਮਾਰੀ ਇਸ ਉਮਰ 'ਚ ਸ਼ੁਰੂ ਹੋ ਚੁੱਕੀ, ਵਡੇਰੀ ਉਮਰ 'ਚ, ਉਹਨਾਂ ਨੂੰ ਚਾਹੀਦਾ ਕਿ ਦਿਨ ਵੇਲੇ ਘੱਟ ਸੌਣ, ਜਿਵੇਂ ਮੈਂ ਕਿਹਾ ਰੌਸ਼ਨੀ 'ਚ ਆਉਣ, ਉਹ ਬਾਹਰ ਧੁੱਪੇ ਫਿਰਨ, ਮਿਲਣ ਗਿਲਣ, ਤੇ ਉਹਨਾਂ ਨੂੰ ਨੀਂਦਰ ਪੂਰੀ ਰਾਤ ਵੇਲੇ ਹੀ ਕਰਨੀ ਚਾਹੀਦੀ ਹੈ। ਠੀਕ ਹੈ। ਫਿਰ ਮਧੁਰ ਸੰਗੀਤ, ਜਿਸ 'ਚ ਤੁਸੀਂ ਭਾਵੇਂ ਧਾਰਮਿਕ ਤੁਸੀਂ ਸੁਣਨਾ ਚਾਹੋ ਜਾਂ ਤੁਹਾਡੇ ਆਪਣੇ ਮਨਪਸੰਦ ਪੁਰਾਣੇ ਸਮਿਆਂ ਦੇ ਗੀਤ, ਮੈਂ ਹੁਣ ਤੁਹਾਨੂੰ ਵਡੇਰੀ ਉਮਰ ਦੇ ਵਾਲੀ ਗੱਲ ਕਰ ਰਹੀ ਹਾਂ, ਉਹ ਜ਼ਰੂਰ ਉਹਨਾਂ ਨੂੰ ਸੁਣਨੇ ਚਾਹੀਦੇ ਨੇ ਕਿ ਜਿਹੜੇ ਉਹਨਾਂ ਦੇ ਆਪਣੀ ਜਵਾਨੀ ਵੇਲੇ ਦੇ ਪੁਰਾਣੇ ਗੀਤ ਜਿਹੜੇ ਉਹਨਾਂ ਨੂੰ ਚੰਗੇ ਲੱਗਦੇ ਸੀ, ਭਾਵੇਂ ਉਹ ਸਿੱਠਣੀਆਂ ਹੀ ਪੁਰਾਣੀਆਂ ਉਹਨਾਂ ਨੂੰ ਹੁਣ ਕੁਛ ਵੀ, ਉਹ ਚੀਜ਼ਾਂ ਨਾਲ ਤੁਹਾਡਾ ਦਿਮਾਗ ਇੱਕ ਤਰੀਕੇ ਰਿਵਾਈਂਡ ਹੋ ਜਾਂਦਾ, ਵਧੀਆ ਰਹਿੰਦਾ। ਸੋ ਉਹਨਾਂ ਇਸੇ ਉਮਰ 'ਚ ਕਈ ਵਾਰ ਲਹੂ ਦੀ ਕਮੀ ਵੀ ਪ੍ਰੋਬਲਮ ਕਰ ਦਿੰਦੀ ਹੈ, ਸੋ ਵਿਟਾਮਿਨ B12, ਆਇਰਨ, ਵਿਟਾਮਿਨ D, ਇਹ ਚੀਜ਼ਾਂ ਵੀ ਤੁਸੀਂ ਡਾਕਟਰੀ ਸਲਾਹ ਨਾਲ ਉਹਨਾਂ ਨੂੰ ਦੇਣੀਆਂ ਚਾਹੀਦੀਆਂ। ਤੇ ਜਿਵੇਂ ਮੈਂ ਦੱਸਿਆ ਸੀ ਸੱਟ ਕਾਰਨ ਹੋ ਜਾਂਦਾ, ਸੋ ਇਸ ਉਮਰ ਵਿੱਚ ਸੱਟਾਂ ਫੇਟਾਂ ਲੱਗਣ ਦੇ ਚਾਂਸ ਵੀ ਕਾਫੀ ਡਬਲ ਜਾਂ ਟ੍ਰਿਪਲ ਹੋ ਜਾਂਦੇ ਨੇ। ਸੋ ਕੋਸ਼ਿਸ਼ ਕਰਨਾ ਹੋਏ ਕਿ ਜਿਨ੍ਹਾਂ ਦੇ ਘਰ ਬਜ਼ੁਰਗ ਹੋਣ ਉਹ ਥੱਲੇ ਜਾਂ ਤਾਂ ਇਸ ਤਰ੍ਹਾਂ ਦਾ ਕਲੀਨ ਹੋਏ ਜਾਂ ਫਰਸ਼ ਜਿਹੜਾ ਫਿਸਲਦਾ ਨਾ ਹੋਵੇ, ਉਹੀ ਜਿਹੀਆਂ ਟਾਈਲਸ ਹੋਣ, ਬਾਥਰੂਮਸ ਦੇ ਅੰਦਰ ਹੈਂਡਲਸ ਲੱਗੇ ਹੋਣ ਜਿਨ੍ਹਾਂ ਨੂੰ ਫੜ ਕੇ ਖੜੇ ਹੋਣ, ਇਹ ਚੀਜ਼ਾਂ ਦਾ ਵੀ ਖਿਆਲ ਰੱਖਣਾ ਚਾਹੀਦਾ। ਅਤੇ ਇੱਕ ਬਹੁਤ ਇੰਪੋਰਟੈਂਟ ਚੀਜ਼ ਜੋ ਕਿ ਤੁਸੀਂ ਦੇਖੋਗੇ ਬਾਹਰਲੇ ਮੁਲਕਾਂ 'ਚ ਹੈ ਕਿ ਇਹਨਾਂ ਦੇ ਬਜ਼ੁਰਗਾਂ ਦੇ ਕਮਰਿਆਂ ਵਿੱਚ
ਜੀ ਜਿੱਥੇ ਲਾਈਟ ਹੈ ਉਹਦੇ ਉੱਪਰ ਸਵਿਚ ਦੇ ਉੱਤੇ ਐਲ ਪਾ ਦਿਓ, ਭਾਵੇਂ ਲਾਈਟ ਹੈ, ਜਾਂ ਬੱਬਾ ਲਿਖ ਦਿਓ ਬਿਜਲੀ ਹੈ, ਤੇ ਇਸੇ ਤਰ੍ਹਾਂ ਪੱਖੇ ਦੇ ਉੱਤੇ ਪੱਪਾ ਲਿਖ ਦਿਓ, ਤਾਂ ਉਹ ਸਵਿਚ ਦੇ ਨਾਲ ਉਹਨਾਂ ਨੂੰ ਔਖਾ ਨਹੀਂ ਹੋਣਾ ਪੈਂਦਾ ਕਿਹੜਾ ਜਗਾਉਣਾ ਕਿਹੜਾ ਨਹੀਂ। ਸੋ ਇਹ ਉਹਨਾਂ ਦੇ ਦਿਮਾਗ ਨੂੰ ਵਾਧੂ ਕੰਮ ਕਰਨ ਤੋਂ ਬਚਾਉਣ ਲਈ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ। ਠੀਕ ਹੈ ਸੋ ਮਕਸਦ ਸਿਰਫ ਇਹ ਸੀ, ਮੈਂ ਇਹ ਸਾਰਾ ਕੁਛ ਇਸ ਲਈ ਅੱਜ ਗੱਲ ਕੀਤੀ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਵਾਨੀ ਵਿੱਚ ਹੀ ਸ਼ੁਰੂ ਕਰਨੀਆਂ ਹੁੰਦੀਆਂ, ਜਿਨ੍ਹਾਂ ਵਿੱਚ ਇੱਕ ਇੰਟਰਸਟਿੰਗ ਤੇ ਲਾਸਟ ਪੁਆਇੰਟ ਦੱਸਣਾ ਚਾਹੁੰਦੀ ਹਾਂ। ਜ਼ਰੂਰ। ਕਿ ਅਸੀਂ ਸੋਚਦੇ ਹਾਂ ਬਹੁਤ ਅਸੀਂ ਵੱਡੀ ਕੁਰਸੀ ਤੇ ਪਹੁੰਚ ਗਏ, ਬਹੁਤ ਵੱਡੇ ਅਹੁਦੇ ਤੇ ਹੋ ਗਏ, ਤੇ ਅਸੀਂ ਹੁਣ ਪਤਾ ਨਹੀਂ ਕੀ ਯਾਨੀ ਰੱਬ ਹੀ ਬਣ ਗਏ ਆ। ਇਹ ਅਸੀਂ ਇਹੋ ਜਿਹਾ ਹਉਮੈ ਤੇ ਹੰਕਾਰ ਆਪਣੇ ਆਲੇ ਦੁਆਲੇ ਇਕੱਠਾ ਕਰ ਲੈਂਦੇ ਹਾਂ। ਤੇ ਹੁਣ ਇਹ ਵੇਖਣ ਵਿੱਚ ਆਇਆ, ਜੋ ਕਿ ਅਸੀਂ ਦੇਖਦੇ ਵੀ ਹਾਂ, ਕਿ ਬਹੁਤ ਸਾਰੇ ਸਾਡੇ ਨੌਜਵਾਨ, ਭਾਵੇਂ ਉਹ ਹੀਰੋ ਹੀਰੋਇਨ ਸਨ ਜਾਂ ਕਈ ਇਹੋ ਜਿਹੇ ਅਸੀਂ ਦੇਖ ਚੁੱਕੇ ਹਾਂ, ਜਵਾਨੀ ਦੇ ਵਿੱਚ ਕਸਰਤ ਬਹੁਤ ਜ਼ਿਆਦਾ ਕਰਦਿਆਂ ਹੋਇਆਂ ਵੀ ਕਈ ਤੁਰ ਗਏ, ਰੱਬ ਨੂੰ ਪਿਆਰੇ ਹੋ ਗਏ। ਸੋ ਇਹ ਅਹੁਦੇ, ਇਹ ਕੁਰਸੀਆਂ, ਇਹ ਸਦੀਵੀ ਸਾਨੂੰ ਦੱਸਿਆ ਹੋਇਆ ਗੁਰੂ ਸਾਹਿਬ ਨੇ ਨਹੀਂ ਹਨ। ਸੋ ਇੱਕ ਹਉਮੈ ਤੇ ਹੰਕਾਰ ਜਿਨ੍ਹਾਂ ਦੇ ਵਿੱਚ ਸਪਸ਼ਟ ਰੂਪ ਵਿੱਚ ਆ ਗਿਆ ਕਿ ਜਦੋਂ ਇਹ ਬੰਦਾ ਕੁਰਸੀ ਤੋਂ ਕੋਈ ਵੀ, ਕਿਉਂਕਿ ਹਮੇਸ਼ਾ ਲਈ ਇਹ ਸਦੀਵੀ ਤਾਂ ਹੁੰਦੇ ਨਹੀਂ, ਤਾਂ ਇਹਨਾਂ ਤੇ ਅਸਰ, ਕਿਉਂਕਿ ਉਹ ਇਹਨਾਂ ਜਰ ਨਹੀਂ ਸਕਦੇ ਇੰਨਾ ਧੱਕਾ, ਜਾਂ ਇਹ ਉਹ ਇੰਨੀ ਕੁ ਸਵੀਅਰ ਡਿਪਰੈਸ਼ਨ ਵੱਲ ਜਾਂ ਆਪਣੇ ਆਪ ਅੰਦਰ ਗੁੰਮ ਹੋ ਕੇ ਲੋਕ ਰਹਿ ਜਾਂਦੇ ਨੇ ਕਿ ਇਹਨਾਂ ਲਈ ਬਰਦਾਸ਼ਤ ਕਰਨਾ ਔਖਾ ਹੁੰਦਾ ਕਿ ਅਸੀਂ ਪਾਵਰ 'ਚ ਨਹੀਂ ਰਹੇ, ਪਰਾਂ ਹੋ ਗਏ। ਸੋ ਉਹ ਚੀਜ਼ਾਂ ਇਹਨਾਂ ਦੇ ਦਿਮਾਗ ਦੇ ਸੁੰਗੜਨ ਵਿੱਚ ਕਈ ਵਾਰ 4 ਗੁਣਾ ਵੱਧ ਅਸਰ ਪਾ ਦਿੰਦੀਆਂ ਨੇ, ਤੇ ਉਹ ਇੰਨਾ ਸਿਵੀਅਰ ਇਫੈਕਟ ਹੁੰਦਾ ਕਿ ਇਹਨਾਂ ਨੂੰ ਅਨਕੰਟਰੋਲਡ ਡਾਇਬਟੀਜ਼, ਅਨਕੰਟਰੋਲਡ ਬਲੱਡ ਪ੍ਰੈਸ਼ਰ ਜਾਂ ਕੈਂਸਰ, ਤੁਸੀਂ ਦੇਖੋ ਬਹੁਤ ਸਾਰੇ ਸਿਆਸਤਦਾਨਾਂ ਵਿੱਚ ਇਹ ਚੀਜ਼ਾਂ ਵਾਪਰੀਆਂ ਦੇਖੀਆਂ ਹੋਣਗੀਆਂ। ਸੋ ਇਹ ਚੀਜ਼ਾਂ ਸਿਰਫ ਇਸੇ ਕਰਕੇ ਹੀ ਹੋ ਰਹੀਆਂ ਨੇ। ਸੋ ਮੈਂ ਅੰਤ ਵਿੱਚ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਆਪਣੀ ਯਾਦਾਸ਼ਤ ਰਵਾਂ ਰੱਖਣਾ ਚਾਹੁੰਦੇ ਨੇ, ਭਾਵੇਂ ਜਵਾਨ ਨੇ ਭਾਵੇਂ ਬਜ਼ੁਰਗ ਨੇ, ਰੋਜ਼ ਬੁਝਾਰਤਾਂ, ਸੁਡੋਕੂ ਜਾਂ ਇਹੋ ਜਿਹੀ ਚੀਜ਼ ਤੇ ਇੱਕ ਹਾਸੇ ਦਾ ਪ੍ਰੋਗਰਾਮ 15 ਕੁ ਮਿੰਟ ਲਈ ਜ਼ਰੂਰ ਦੇਖਦੇ ਰਹਿਣ। ਬਾਕੀ ਮੈਂ ਸਾਰੀਆਂ ਪ੍ਰੀਕਾਸ਼ਨਸ ਵੀ ਦੱਸ ਦਿੱਤੀਆਂ ਜੋ ਆਪਾਂ ਕਰਨਾ, ਪਰ ਇੱਕ ਹਉਮੈ ਤੇ ਹੰਕਾਰ ਨੂੰ ਪਰਾਂ ਰੱਖ ਕੇ ਬੜੀ ਪਿਆਰੀ ਜਿਹੀ ਚੀਜ਼ ਹੈ, ਕਿਸੇ ਦੀ ਮਦਦ ਕਰਕੇ ਵੇਖੋ। ਜਦੋਂ ਉਹ ਦੁਆਵਾਂ ਮਿਲਦੀਆਂ ਨੇ ਨਾ, ਤੁਹਾਡੇ ਦਿਮਾਗ ਪੂਰੇ ਦਾ ਪੂਰਾ, ਇੱਕੋ ਹੀ ਚੀਜ਼ ਹੈ ਜਿਹੜਾ ਤੁਹਾਡੇ ਪੂਰੇ ਦਿਮਾਗ ਨੂੰ ਰਵਾਂ ਕਰ ਸਕਦਾ, ਉਹ ਪਿਆਰ, ਉਹ ਹੁਲਾਰਾ ਜਿਹੜਾ ਤੁਹਾਨੂੰ ਕਿਸੇ ਦੀ ਮਦਦ ਤੋਂ ਬਾਅਦ ਉਹਨਾਂ ਦੇ ਮੁਸਕਰਾਉਣ ਵਿੱਚ ਜਾਂ ਉਹਨਾਂ ਦੀ ਅਸੀਸ ਰਾਹੀਂ ਮਿਲਦਾ, ਉਹ ਤੁਹਾਡੇ ਦਿਮਾਗ ਦੀਆਂ ਸਾਰੀਆਂ ਬੰਦ ਨਾੜੀਆਂ ਖੋਲ ਦਿੰਦਾ ਤੇ ਉਹ ਚੀਜ਼ ਤੁਹਾਨੂੰ ਜਿੱਥੇ ਖੁਸ਼ੀ ਦਿੰਦਾ ਉੱਥੇ ਉਮਰ ਲੰਬੀ ਹੋਣ ਦਾ ਵੀ ਇੱਕ ਕਾਰਨ ਬਖਸ਼ ਦਿੰਦਾ। ਬਿਲਕੁਲ ਬਿਲਕੁਲ। ਸੋ ਡਾਕਟਰ ਸਾਹਿਬ ਨੇ ਜਿੰਨੀਆਂ ਵੀ ਆਪਾਂ ਨੂੰ ਗੱਲਾਂ ਦੱਸੀਆਂ, ਆਪਾਂ ਸਾਰੀਆਂ ਦਾ ਧਿਆਨ ਰੱਖਣਾ ਤੇ ਜੇ ਆਪਾਂ ਪਰਿਵਾਰ ਦੇ ਵਿੱਚ ਜਿੱਥੇ ਰਹਿੰਦੇ ਹਾਂ ਉਹਦੇ ਵਿੱਚ ਖੁਸ਼ ਰਹੀਏ, ਖੁਸ਼ੀ ਇੱਕ ਹਾਸਾ ਠੱਠਾ ਜੀ ਉਹਦੇ ਵਿੱਚ ਹੀ ਕਰ ਲਈਏ, ਫਿਰ ਸ਼ਾਇਦ ਮੈਨੂੰ ਲੱਗਦਾ ਕਿ ਸਾਨੂੰ ਹਾਸੇ ਵਾਲੇ ਪ੍ਰੋਗਰਾਮ ਦੇਖਣ ਦੀ ਵੀ ਲੋੜ ਨਾ ਪਵੇ, ਕਿਉਂਕਿ ਅਸੀਂ ਇੰਨੇ ਸੁੰਗੜ ਗਏ ਹਾਂ, ਆਪਦੇ ਦਿਮਾਗ ਇੰਨੇ ਅਸੀਂ ਸੁੰਗੜਾ ਦਿੱਤੇ ਨੇ ਤੇ ਆਪਦੀ ਲਾਈਫ ਦੇ ਵਿੱਚ ਇੰਨੇ ਕੁ ਜ਼ਿਆਦਾ ਲਿਮਿਟਡ ਜੇ ਅਸੀਂ ਹੋ ਗਏ ਹਾਂ ਕਿ ਹੱਸਣਾ ਖੇਡਣਾ ਭੁੱਲਦੇ ਜਾ ਰਹੇ ਹਾਂ ਸ਼ਾਇਦ। ਸੋ ਘਰ ਦੇ ਵਿੱਚ ਪੂਰਾ ਮਤਲਬ ਇੱਕ ਲਾਈਟ ਮਾਹੌਲ ਹੈ ਜਿਹੜਾ ਉਹਦੇ 'ਚ ਜ਼ਰੂਰ ਰਹਿਣਾ ਚਾਹੀਦਾ, ਚਾਹੇ ਦਫ਼ਤਰ 'ਚ ਹੋਵੇ ਚਾਹੇ ਕਿਤੇ ਵੀ ਹੋਵੇ। ਸੋ ਹਮੇਸ਼ਾ ਫਰੀ ਮਾਈਂਡ ਰਹੋ ਤੇ ਲਾਈਟ ਹੋ ਕੇ ਰਹੋ, ਲਾਈਟ ਮੋਡ ਦੇ ਵਿੱਚ। ਸੋ ਕਿਤੇ ਨਹੀਂ ਕੁਛ ਇੱਕ ਹੋਰ ਵੀ ਨੇ ਕਿ ਇੱਕ ਤਾਂ ਨੇ ਜਿਹਨਾਂ ਦੀ ਮਜਬੂਰੀ ਹੈ ਕਿ ਦਿਮਾਗ ਵਿੱਚ ਯਾਦਾਸ਼ਤ ਦਾ ਸੈਂਟਰ ਨਹੀਂ ਚੱਲ ਰਿਹਾ, ਪਰ ਕੁਝ ਭੁੱਲ ਚੁੱਕੇ ਵੀ ਨੇ ਜਿਨ੍ਹਾਂ ਦੇ ਅਸੀਂ ਭੁੱਲਾਂ ਬਖਸ਼ਵਾਉਣ ਲਈ, ਜੋ ਹੁਣ ਮੈਂ ਨਾਮ ਨਹੀਂ ਜੇ ਕਿਸੇ ਦਾ ਲੈਣਾ, ਪਰ ਉਹ ਮਾਫੀਆਂ ਮੰਗਦੇ ਫਿਰਦੇ ਨੇ ਅੱਜ ਭੁੱਲਾਂ ਬਖਸ਼ਵਾਉਣ ਲਈ। ਰੱਬ ਭਲੀ ਕਰੇ ਤੇ ਮੇਰਾ ਭਰਿਆ ਹੱਥ ਰੱਖੇ, ਨਿਸ਼ਾਨਾ ਕਿੱਧਰ ਹੈ ਸਮਝ ਸਾਰੇ ਗਏ ਹੋਣਗੇ। ਭੁੱਲਾਂ ਬਖਸ਼ਵਾਉਣ ਵਾਲਿਆਂ ਤੇ ਵੀ ਰੱਬ ਕਿਰਪਾ ਕਰੇ ਕਿ ਇਹਨਾਂ ਨੂੰ ਵਡੇਰੀ ਉਮਰ 'ਚ ਕਿਤੇ ਭੁੱਲ ਜਾਣ ਦੀ ਬਿਮਾਰੀ ਹੋਈ ਹੋ ਗਈ ਤਾਂ ਕਿਵੇਂ ਚੇਤੇ ਰੱਖਣਗੇ ਅਸੀਂ ਕਿਹੜੇ ਕਿਹੜੇ ਮਾੜੇ ਕੰਮ ਕੀਤੇ ਸੀ ਭਾਈ, ਕਿੰਨੀਆਂ ਕੁ ਦੀਆਂ ਭੁੱਲਾਂ ਬਖਸ਼ਵਾਉਣੀਆਂ ਨੇ। ਸੋ ਰਹਿਮ ਕਰੇ ਰੱਬ ਸਾਰਿਆਂ ਤੇ, ਪਰ ਸਾਨੂੰ ਇਹ ਖਾਸ ਖਿਆਲ ਹੁਣ ਸਭ ਕੁਛ ਰੱਖਣਾ ਪੈਣਾ ਕਿ ਦੋਸਤੀਆਂ ਪਾਲੀਏ, ਦੁਸ਼ਮਣੀਆਂ ਪਾਲਣ ਨੂੰ ਲੋਕ ਹੈਗੇ ਨੇ ਆਪੇ ਕਰੀ ਜਾਣਗੇ, ਆਪਾਂ ਸਿਰਫ
ਦੋਸਤੀਆਂ ਪਾਲੀਏ, ਖੁਸ਼ੀਆਂ ਵੰਡੀਏ, ਖੇੜੇ ਵੰਡੀਏ। ਪਰ ਇਹ ਅਸਰ ਦੇਖੋ, ਮੈਂ ਫਿਰ ਦੱਸ ਦਿਆਂ, ਕਿਸੇ ਚੀਜ਼ ਦਾ ਕੱਖ ਨਹੀਂ ਜੇ ਹੋਣਾ। ਜਿੰਨਾ ਮਰਜ਼ੀ ਰਾਗੀ ਦਾ ਆਟਾ ਖਾ ਲਓ, ਜਦ ਤੱਕ ਸ਼ੇਅਰਿੰਗ ਨਹੀਂ ਕਰੋਗੇ, ਜਦ ਤੱਕ ਇੱਕ ਹੋਰ ਭੁੱਲ ਜਾਣ ਵਾਲੇ ਨੂੰ ਨਹੀਂ ਠੀਕ ਕਰਨ ਦਾ ਢੰਗ ਦੱਸਦੇ, ਉਦੋਂ ਤੱਕ ਸਾਡੀ ਯਾਦਾਸ਼ਤ ਠੀਕ ਬਿਲਕੁਲ ਨਹੀਂ ਜੇ ਹੋਣੀ। ਬਿਲਕੁਲ ਬਿਲਕੁਲ, ਇਹ ਜਿਹੜੀ ਇਹ ਸਭ ਤੋਂ ਅਸਲੀ ਦਵਾਈ ਤਾਂ ਨਾ ਇਹੀ ਹੈਗੀ ਹੈ। ਇਹ ਤੇ ਜ਼ਰੂਰ ਅਸਰ ਕਰਿਆ ਕਰੀਏ ਆਪਾਂ ਸਾਰੇ ਜਾਣੇ। ਸੋ ਡਾਕਟਰ ਹਰਜਿੰਦਰ ਕੌਰ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਜਾਣਾ ਸੀ ਹੁਣੇ, 10 ਮਿੰਟ ਇਹਨਾਂ ਨੂੰ ਲੇਟ ਕਰਾਤਾ ਆਪਾਂ। ਸੋ ਡਾਕਟਰ ਸਾਹਿਬ, ਤੁਸੀਂ ਆਪਣੇ ਕੰਮ ਤੇ ਜ਼ਰੂਰ ਜਾਓ ਤੇ ਅਗਲੇ ਹਫ਼ਤੇ ਫਿਰ ਮਿਲਦੇ ਆ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਬਹੁਤ ਸ਼ੁਕਰੀਆ। ਤੇ ਇੱਕ ਵਾਰ ਫਿਰ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦ, ਜਿਹੜੇ ਪਿਆਰ ਨਾਲ ਇਹ ਸੁਣਦੇ ਵੀ ਨੇ, ਸ਼ੇਅਰ ਵੀ ਕਰਦੇ ਨੇ। ਵਾਕਈ ਤੇ ਉਹਨਾਂ ਸਭ ਲਈ ਦੁਆਵਾਂ। ਜਿਉਂਦੇ ਰਹੋ, ਵਸਦੇ ਰਹੋ, ਹੱਸਦੇ ਰਹੋ, ਖੇੜੇ ਵੰਡੋ। ਬਹੁਤ ਧੰਨਵਾਦ। ਬਿਲਕੁਲ, ਸਾਨੂੰ ਦੋਵਾਂ ਨੂੰ ਦੁਆਵਾਂ ਦਿੰਦੇ ਰਹੋ। ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।